प्यारे दोस्तों आदाब सत श्री अकाल जी नमस्कार। किस तरह ने तुहाडे सारिਆਂ ਦੇ ਮਿਜ਼ਾਜ। मैं उम्मीद करदी हाँ कि तुसी जिथे सारे देख रहे हो साउथ हॉल टीवी तुहाडे सारिਆਂ ਦੇ मिजाज बिल्कुल चंगे होणगे, तुसी सेहतमंद होवोगे, खुशो खुरम होवोगे। तुसी इस वक्त देख रहे हो southaltv.com ते यानी कि इंटरनेट के रास्ते और इस टीवी ਨੂੰ ਤੁਸੀਂ इंटरनेट के रास्ते कभी भी देख सकते हो। 24 घंटे इत्थे साडे प्रोग्राम्स चलते रहंदे ने। एनीवे मैं ਅੱਜ एक होर नया प्रोग्राम लैके तुहाडे सारिਆਂ ਦੀ खिदमत ਦੇ ਵਿੱਚ ਹਾਜ਼ਰ ਹੋਈ ਹਾਂ। जी हाँ, ਸਾਡੇ प्रोग्राम ਦਾ ਨਾਮ ਹੁੰਦਾ ਹੈ सखी सहेली और ਮੇਰੇ ਨਾਲ ਹਮੇਸ਼ਾ ਹੀ ਸਾਡੀ सहेली ਨਾਲ ਹੁੰਦੀ ਹੈ। ਹਾਂਜੀ सहेली जी, ਮੈਂ ਹਾਂ ਪ੍ਰੀਤ ਕੌਰ ਤੇ ਮੇਰੀ ਤਰਫ ਤੋਂ ਤੁਹਾਨੂੰ ਸਾਰਿਆਂ ਨੂੰ ਫਿਰ ਇੱਕ ਵਾਰ ਗੁੱਡ ਈਵਨਿੰਗ ਤੇ ਤੁਹਾਡਾ ਸਾਰਿਆਂ ਦਾ ਇਸ southaltv.com ਤੇ ਇੱਕ ਵਾਰ ਫਿਰ ਸਵਾਗਤ ਹੈ ਜੀ। जी हाँ, और अगर ਤੁਸੀਂ ਸਾਨੂੰ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤੇ ਤੁਸੀਂ info@southall TV ਦੇ ਉੱਤੇ ਆਪਣੇ ਈਮੇਲਸ ਵੀ ਕਰ ਸਕਦੇ ਹੋ ਔਰ ਅਗਰ ਸਾਨੂੰ ਸਟੂਡੀਓ ਦੇ ਵਿੱਚ ਤੁਸੀਂ ਕਾਲ ਕਰਨੀ ਹੈ ਸਕਾਈਪ ਦੇ ਥਰੂ ਤੇ ਸਾਡਾ ਸਕਾਈਪ ਆਈਡੀ ਹੈ call southall TV ਔਰ ਅਗਰ ਤੁਸੀਂ ਵੈਸੇ ਸਾਨੂੰ ਇੱਕ ਨਾਰਮਲ ਕਾਲ ਕਰਨਾ ਚਾਹੁੰਦੇ ਹੋ ਤੇ ਸਾਡੇ ਸਟੂਡੀਓ ਦਾ ਨੰਬਰ ਹੈ 07934610868। ਅਸੀਂ ਪ੍ਰੋਗਰਾਮ ਦੇ ਵਿੱਚ ਇਸ ਨੰਬਰਸ ਨੂੰ ਦੁਹਰਾਉਂਦੇ ਵੀ ਰਵਾਂਗੇ ਔਰ ਸਾਡੇ ਸਕਰੀਨਸ ਦੇ ਉੱਤੇ ਆਉਂਦੇ ਵੀ ਰਹਿੰਦੇ ਨੇ। ਐਨੀਵੇ ਅੱਜ ਅਸੀਂ ਆਪਣੀ ਸਖੀ ਸਹੇਲੀ ਨੂੰ ਪਹਿਲਾਂ ਪੁੱਛ ਲੈਂਦੇ ਹਾਂ ਕਿ ਪਿਛਲੇ ਹਫਤੇ ਅਸੀਂ ਲੋਹੜੀ ਦਾ ਤਿਉਹਾਰ ਮਨਾ ਰਹੇ ਸੀ ਔਰ ਤੁਸੀਂ ਕਿਸ ਤਰ੍ਹਾਂ ਮਨਾਇਆ ਸੀਗਾ? ਮੈਂ ਤੇ ਬਹੁਤ ਹੀ ਕਹਿ ਲਓ ਕਿ ਫੈਮਿਲੀ ਦੇ ਵਿੱਚ ਅਗੇਨ ਜਿੱਦਾਂ ਫੈਸਟੀਵਲਸ ਆਉਂਦੇ ਆ ਨਾਰਮਲੀ ਫੈਮਿਲੀ ਦੇ ਵਿੱਚ ਰਹਿ ਕੇ ਮਨਾਇਆ ਤੇ ਬਹੁਤ ਇੰਜੋਏ ਕੀਤਾ। ਅਸੀਂ ਸਾਰੀ ਫੈਮਿਲੀ ਗੁਰਦੁਆਰੇ ਗਏ ਜਿੱਦਾਂ ਹਰ ਸਾਲ ਜਾਂਦੇ ਹਾਂ ਲੋਹੜੀ ਮਨਾਉਂਦੇ। ਐਨੀਵੇ ਦੋਸਤੋ ਅੱਜ ਅਸੀਂ ਇਸ ਟੌਪਿਕ ਨੂੰ ਕਿਸ ਤਰ੍ਹਾਂ ਇਸ ਮੌਜੂਦ ਉੱਤੇ ਗੱਲਬਾਤ ਕਰਨੀ ਹੈ ਕਿਉਂਕਿ ਪਿਛਲੇ ਹਫਤੇ ਅਸੀਂ ਲੋਹੜੀ ਦਾ ਤਿਉਹਾਰ ਮਨਾ ਰਹੇ ਸੀਗੇ। ਬੜੇ ਖੁਸ਼ੀਆਂ ਦਾ ਤਿਉਹਾਰ ਹੈ। ਇਸ ਦੇ ਉੱਤੇ ਬੜੇ ਢੋਲ ਟਮਾਕੇ ਹੁੰਦੇ ਨੇ। ਇਸ ਦੇ ਪਿੱਛੇ ਜੋ ਰੀਜ਼ਨ ਸੀ ਜੋ ਵਜ੍ਹਾ ਸੀ ਉਹ ਅਸੀਂ ਤੁਹਾਨੂੰ ਪਿਛਲੇ ਹਫਤੇ ਦੱਸੀ ਸੀਗੀ ਕਿ ਜਦੋਂ ਕਿਸੇ ਦੇ ਘਰ ਪੁੱਤਰ ਪੈਦਾ ਹੁੰਦਾ ਹੈ ਤਾਂ ਖੁਸ਼ੀ ਮਨਾਈ ਜਾਂਦੀ ਹੈ ਜਾਂ ਕਿਸੇ ਦੇ ਪੁੱਤਰ ਦਾ ਵਿਆਹ ਹੁੰਦਾ ਤਾਂ ਖੁਸ਼ੀ ਮਨਾਈ ਜਾਂਦੀ ਹੈ। ਲੇਕਿਨ ਅੱਜ ਸਾਡਾ ਟੌਪਿਕ ਇਹ ਹੈਗਾ ਕਿ ਕੁੜੀਆਂ ਦੇ ਹੋਣ 'ਤੇ ਲੋਕ ਖੁਸ਼ੀਆਂ ਕਿਉਂ ਇੰਨੀਆਂ ਜ਼ਿਆਦਾ ਨਹੀਂ ਮਨਾਉਂਦੇ ਜਾਂ ਕੁੜੀਆਂ ਦੇ ਹੋਣ 'ਤੇ ਲੋਹੜੀ ਕਿਉਂ ਨਹੀਂ ਮਨਾਈ ਜਾਂਦੀ। ਸੋ ਇੱਕ ਦੋ ਰੀਜ਼ਨ ਜਿਹੜੇ ਨੇ ਸਾਨੂੰ ਪਤਾ ਨੇ ਅਸੀਂ ਵੀ ਦੱਸਾਂਗੇ ਲੇਕਿਨ ਅਸੀਂ ਆਪਣੇ ਨਾਜ਼ਰੀਨ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਤੁਹਾਡੇ ਕੀ ਵਿਚਾਰ ਨੇ, ਤੁਹਾਡੇ ਕੀ ਖਿਆਲਾਤ ਨੇ ਕਿ ਲੜਕੇ ਔਰ ਲੜਕੀਆਂ ਨੂੰ ਸਮਾਨਤਾ ਕਿਉਂ ਨਹੀਂ ਦਿੱਤੀ ਜਾਂਦੀ ਸਾਡੇ ਸਮਾਜ ਦੇ ਵਿੱਚ ਜਾਂ ਉਹਨਾਂ ਨੂੰ ਬਰਾਬਰਤਾ ਦੇ ਨਾਲ ਕਿਉਂ ਨਹੀਂ ਦੇਖਿਆ ਜਾਂਦਾ। ਕਿਉਂ ਹਮੇਸ਼ਾ ਮਾਂ ਬਾਪ ਦੀ ਇੱਕ ਖੁਆਇਸ਼ ਹੁੰਦੀ ਹੈ ਕਿ ਜੀ ਸਾਡੇ ਘਰ ਪੁੱਤਰ ਦੀ ਪੈਦਾਇਸ਼ ਹੋਵੇ। ਠੀਕ ਹੈ ਪ੍ਰੀਤ, ਕਹਿੰਦੇ ਨੇ ਕਿ ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ। ਅਸੀਂ ਤੇ ਕਹਿੰਦੇ ਸਭ ਦੀਆਂ ਝੋਲੀਆਂ ਪਰਮਾਤਮਾ ਭਰੇ ਲੇਕਿਨ ਜਿੱਥੇ ਪੁੱਤਰ ਹੁੰਦੇ ਨੇ ਉੱਥੇ ਕੁੜੀਆਂ ਵੀ ਹੋਣੀਆਂ ਬਹੁਤ ਜ਼ਰੂਰੀ ਨੇ। ਕੁੜੀਆਂ ਪਹਿਲੀ ਸੋਚ ਲੈਣੀ ਚਾਹੀਦੀ ਕਿ ਜੇ ਪੁੱਤਰ ਹੋਣਗੇ ਤਾਂ ਉਹਨਾਂ ਦੇ ਵਿਆਹ ਵੀ ਤਾਂ ਕਰਨੇ ਕਿ ਨਹੀਂ ਉਹਨਾਂ ਨੇ ਤੇ ਉਹ ਕਿਹਦੇ ਨਾਲ ਕਰਨਗੇ। ਜੇ ਲੜਕੀ ਨਾ ਹੋਏਗੀ ਤਾਂ ਸਾਨੂੰ ਇਸੇ ਵਿਚਾਰ ਨੂੰ ਲੈ ਕੇ ਇਹ ਸੋਚਣਾ ਚਾਹੀਦਾ ਕਿ ਮੁੰਡੇ ਤੇ ਕੁੜੀਆਂ ਦੇ ਵਿੱਚ ਫਰਕ ਨਹੀਂ ਸਮਝਣਾ ਚਾਹੀਦਾ। ਇਕੁਅਲੀ ਉਹਨਾਂ ਨੂੰ ਸਾਨੂੰ ਬਰਾਬਰੀ ਦੇਣੀ ਚਾਹੀਦੀ ਹੈ। ਉਹਨਾਂ ਦੀ ਇਕੁਅਲੀ ਖੁਸ਼ੀਆਂ ਮਨਾਉਣੀਆਂ ਚਾਹੀਦੀਆਂ ਜਿਸ ਤਰੀਕੇ ਨਾਲ ਮੁੰਡਿਆਂ ਦੀ ਮਨਾਉਂਦੇ ਆ ਤੇ ਉਸੇ ਤਰੀਕੇ ਨਾਲ ਕੁੜੀਆਂ ਦੀ ਵੀ ਮਨਾਉਣੀ ਚਾਹੀਦੀ। ਤਾਂ ਕਿੰਨੀ ਖੁਸ਼ੀ ਦੀ ਗੱਲ। ਤੁਹਾਡੇ ਖਿਆਲ ਦੇ ਵਿੱਚ ਕੁੜੀਆਂ ਔਰ ਮੁੰਡਿਆਂ ਦੀ ਦੋਨਾਂ ਦੀ ਉਨੀ ਹੀ ਖੁਸ਼ੀ ਹੋਣੀ ਚਾਹੀਦੀ ਹੈ। ਸਹੀ ਕਰਨੀ। ਐਨੀਵੇ ਅਸੀਂ ਜਿਹੜੇ ਸਾਡੇ ਖਿਆਲ ਹੈਗੇ ਨੇ ਅਸੀਂ ਬਾਅਦ ਵਿੱਚ ਦੱਸਦੇ ਹਾਂ ਕਿਉਂਕਿ ਅੱਜ ਸਾਡੇ ਨਾਲ ਇੱਕ ਮਹਿਮਾਨ ਨੇ ਸਕਾਈਪ ਦੇ ਉੱਤੇ ਔਰ ਸਾਡੇ ਭੈਣ ਜੀ ਸਤਿਕਾਰਯੋਗ ਆਪਣਾ ਨਾਮ ਖੁਦ ਹੀ ਦੱਸਣਗੇ ਵੈਸੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਦੋਨਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਾਰੇ ਹੀ ਸਰੋਤਿਆਂ ਨੂੰ ਮੇਰੀ ਸਤਿ ਸ਼੍ਰੀ ਅਕਾਲ ਤੇ ਲੋਹੜੀ ਦੀਆਂ ਬਹੁਤ ਬਹੁਤ ਵਧਾਈਆਂ ਤੁਹਾਨੂੰ। ਹਾਂਜੀ ਤੁਸੀਂ ਸਵਾਲ ਪੁੱਛਿਆ ਕਿ ਲੜਕੀਆਂ ਦੀ ਵੀ ਲੋਹੜੀ ਮਨਾਉਣੀ ਚਾਹੀਦੀ ਆ ਜਾਂ ਨਹੀਂ। ਮੇਰੇ ਹਿਸਾਬ ਦੇ ਨਾਲ ਲੜਕੀਆਂ ਦੀ ਲੋਹੜੀ ਮਨਾਉਣੀ ਚਾਹੀਦੀ ਹੈ ਕਿਉਂਕਿ ਪਹਿਲਾ ਜ਼ਮਾਨਾ ਹੁੰਦਾ ਸੀ ਕਿ ਸਿਰਫ ਲੜਕਿਆਂ ਨੂੰ ਹੀ ਅੱਗੇ ਕੀਤਾ ਜਾਂਦਾ ਸੀ ਕਿ ਲੜਕਾ ਹੋਇਆ ਸਾਡੇ ਤੇ ਸਾਡਾ ਵੰਸ਼ ਚੱਲਿਆ ਤੇ ਇਸ ਕਰਕੇ ਘਰ ਦੇ ਵਿੱਚ ਉਸ ਘਰ ਦੇ ਨਾਮ ਦਾ ਸਰਨੇਮ ਦਾ ਗਾਂ ਕੈਰੀ ਔਨ ਰਹਿੰਦੇ ਸੀ। ਇਸ ਕਰਕੇ ਉਹ ਰੱਖਦੇ ਸੀ ਕਿ ਸਾਡੇ ਮੁੰਡੇ ਦੀ ਲੋਹੜੀ ਜ਼ਰੂਰ। ਪਰ ਹੁਣ ਦੇ ਹਾਂਜੀ ਭੈਣ ਜੀ ਪਲਵਿੰਦਰ ਜੀ ਨਾ ਸਿਰਫ ਲੋਹੜੀ ਹੀ ਬਲਕਿ ਅਸੀਂ ਇਹ ਪੁੱਛਣਾ ਚਾਹ ਰਹੇ ਹਾਂ ਕਿ ਲੜਕੀਆਂ ਨੂੰ ਔਰ ਲੜਕਿਆਂ ਨੂੰ ਕੀ ਅਸੀਂ ਬਰਾਬਰਤਾ ਦਾ ਦਰਜਾ ਦਿੰਦੇ ਹਾਂ ਜਾਂ ਨਹੀਂ ਦਿੰਦੇ। ਲੜਕੀ ਹੁੰਦੀ ਹੈ ਅਸੀਂ ਖੁਸ਼ੀ ਨਹੀਂ ਮਨਾਉਂਦੇ ਹਾਂ, ਅਸੀਂ ਢੋਲ ਟਮਾਕੇ ਨਹੀਂ ਕਰਦੇ ਹਾਂ। ਲੜਕੇ ਹੁੰਦੇ ਨੇ ਤੇ ਅਸੀਂ ਲੱਡੂ ਵੀ ਵੰਡਦੇ ਹਾਂ, ਮਿਠਾਈਆਂ ਵੀ ਵੰਡਦੇ ਹਾਂ, ਘਰ ਘਰ ਜਾ ਕੇ ਅਸੀਂ ਦੱਸਦੇ ਹਾਂ ਜੀ ਵਧਾਈਆਂ ਦਿਓ ਸਾਨੂੰ ਸਾਡੇ ਘਰ ਪੁੱਤਰ ਹੋਇਆ, ਵਧਾਈ ਦਿਓ ਸਾਨੂੰ ਸਾਡੇ ਘਰ ਪੋਤਰਾ ਹੋਇਆ। ਲੜਕੀਆਂ ਹੁੰਦੀਆਂ ਨੇ ਤੇ ਅਸੀਂ ਇਸ ਤਰ੍ਹਾਂ ਕਿਉਂ ਨਹੀਂ ਕਰਦੇ? ਵੈਸੇ ਤੇ ਸਾਰੇ ਅਸੀਂ ਖੁਦ ਵੀ ਲੜਕੀਆਂ ਆ
ਜਿਸ ਮਾਂ ਨੇ ਲੜਕੀ ਨੂੰ ਜਨਮ ਦਿੱਤਾ ਆ ਉਸ ਨੂੰ ਹੀ ਪਹਿਲ ਕਰਨੀ ਚਾਹੀਦੀ ਆ ਕਿ ਆਪਣੀ ਲੜਕੀ ਦੀ ਲੋਹੜੀ ਵੀ ਮਨਾਉਣੀ ਚਾਹੀਦੀ ਹੈ, ਉਹਦੀ ਖੁਸ਼ੀ ਵੀ ਮਨਾਉਣੀ ਚਾਹੀਦੀ ਆ। ਪਹਿਲੇ ਜ਼ਮਾਨੇ ਦੇ ਵਿੱਚ ਸੀ ਕਿ ਲੜਕੀ ਸਿਰਫ ਅੰਦਰ ਵਾਸਤੇ ਕੰਮ ਕਰਦੀ ਸੀ, ਪਰ ਹੁਣ ਓਨਾ ਹੀ ਲੜਕੀ ਕੰਮ ਕਰਦੀ ਜਿੰਨਾ ਲੜਕਾ ਕੰਮ। ਤੇ ਉਹਦੇ ਨਾਲ ਤੇ ਸਾਨੂੰ ਇਹ ਸਾਰਿਆਂ ਨੂੰ ਦੇਖਣਾ ਚਾਹੀਦਾ ਹੈ ਕਿ ਇੰਨਾ ਕੁੜੀ ਕੰਮ ਕਰ ਰਹੀ ਹੈ, ਘਰ ਦਾ ਵੀ ਕਰ ਰਹੀ ਹੈ ਤੇ ਉਹ ਬਾਹਰੋਂ ਵੀ ਕਮਾ ਕੇ ਲੈ ਕੇ ਆ ਰਹੀ ਹੈ। ਉਹਦੇ ਹਿਸਾਬ ਦੇ ਨਾਲ ਤੇ ਉਹਦੀ ਮੁੰਡਿਆਂ ਨਾਲੋਂ ਵੀ ਮੈਨੂੰ ਲੱਗਦਾ ਕਿਉਂਕਿ ਮੈਨੂੰ ਲੱਗਦਾ ਕਿ ਕੁੜੀ ਦੋਨੇ ਪਾਸੇ ਬੈਲੈਂਸ ਕਰ ਰਹੀ ਹੈ, ਲਾਈਫ ਪਲੜਾ ਇੱਕਦਮ ਬਰਾਬਰ ਰੱਖਦੀ ਹੈ। ਉਹਦਾ ਭਾਰੀ ਪਲੜਾ ਹੋ ਗਿਆ ਸਾਹਮਣੇ ਮੇਰੇ ਖਿਆਲ ਜੀ ਇਹੀ ਤੁਸੀਂ ਕਹਿਣਾ। ਆਪਣੀਆਂ ਬੇਟੀਆਂ ਹੈ ਨੇ? ਨਹੀਂ ਜੀ, ਮੇਰੀਆਂ ਬੇਟੀਆਂ ਤਾਂ ਨਹੀਂ, ਮੇਰੇ 3 ਬੇਟੇ ਆ, ਪਰ ਮੈਂ ਇੱਕ ਬੇਟੀ ਲੈ ਕੇ ਵਿਆਹ ਦਿੱਤੀ ਹੈ। ਨਹੀਂ, ਮੇਰੇ ਬ੍ਰਦਰ ਇਨ ਲਾਅ ਦੀ ਬੇਟੀ ਸੀ 6 ਸਾਲਾਂ ਦੀ, ਉਹ ਫਿਰ ਅਸੀਂ ਵੱਡੀ ਕੀਤੀ ਤੇ ਫਿਰ ਵਿਆਹੀ। ਮੇਰੇ ਪੂਰੇ ਹੋ ਗਏ ਸੀ ਭਾਈ ਸਾਹਿਬ, ਇਹਨਾਂ ਦੇ ਮੇਰੇ ਹਸਬੈਂਡ ਦੇ ਬ੍ਰਦਰ, ਉਹਨਾਂ ਦੀ ਲੜਕੀ। ਤੁਹਾਨੂੰ ਪੁੱਤਰਾਂ ਦੀ ਦਾਤ ਬਖਸ਼ੀ ਹੋਈ ਹੈ, ਜਿਸ ਲਈ ਤੁਸੀਂ ਉਹਨਾਂ ਦੇ ਵਿਆਹ ਕਰੋਗੇ, ਧੀਆਂ ਜਿਹੜੀਆਂ ਨੂੰਹਾਂ ਤੁਹਾਡੇ ਘਰ ਆਉਣਗੀਆਂ ਉਹ ਵੀ ਤੇ ਮਤਲਬ ਉਹ ਵੀ ਧੀਆਂ ਹੀ ਬਣ ਕੇ ਆਉਣਗੀਆਂ ਨਾ। ਹਾਂਜੀ ਸੋ ਥੈਂਕ ਯੂ ਵੈਰੀ ਮਚ। ਹੋਰ ਤੁਸੀਂ ਕੁਝ ਪੁੱਛਣਾ ਚਾਹੋਗੇ ਤਾਂ ਪੁੱਛੋ। ਮੈਂ ਤਾਂ ਕਹਿੰਦੀ ਬਲਵਿੰਦਰ ਜੀ ਸਾਡੇ ਨਾਲ ਬਣੇ ਰਹਿਣ ਤੇ ਉਹਨਾਂ ਨੂੰ ਅਸੀਂ ਇਹਨਾਂ ਦੇ ਕੋਲੇ ਫਿਰ ਵਾਪਸ ਥੋੜੇ ਜਿਹੇ ਕੁਐਸਚਨ ਲੈ ਕੇ ਜਾਂਦੇ ਆ ਕਿ ਇਹਨਾਂ ਦੇ ਵਿਚਾਰ ਪੁੱਛਦੇ ਆ। ਹਾਂਜੀ, ਅਸੀਂ 2 ਮਿੰਟ ਆਪਸ ਦੇ ਵਿੱਚ ਦੂਸਰੇ ਵਿਊਅਰਸ ਦੇ ਨਾਲ ਵੀ, ਤੇ ਤੁਸੀਂ ਇੱਥੇ ਬੈਠੇ ਰਹੋ, ਜਾਣਾ ਨਹੀਂ, ਅਸੀਂ ਫਿਰ ਵਾਪਸ ਤੁਹਾਡੇ ਵੱਲ ਆਨੇ ਆ 2 ਮਿੰਟ ਘੁੰਮ ਫਿਰ ਕੇ। ਠੀਕ ਹੈ? ਠੀਕ ਹੈ, ਓਕੇ, ਥੈਂਕ ਯੂ। ਪਲੀਜ਼ ਇੱਥੇ ਹੀ ਰਹਿਣਾ ਤੁਸੀਂ। ਸੋ ਨਾਜ਼ਰੀਨ, ਤੁਸੀਂ ਇਸ ਵਕਤ ਦੇਖ ਰਹੇ ਹੋ southalltv.com ਇੰਟਰਨੈਟ ਦੇ ਰਾਸਤੇ, ਔਰ ਅੱਜ ਦਾ ਜਿਹੜਾ ਸਾਡਾ ਟੌਪਿਕ ਉਹ ਇਹ ਹੈਗਾ ਕਿ ਲੜਕੇ ਜਿਸ ਵੇਲੇ ਹੁੰਦੇ ਨੇ ਤੇ ਉਹਨਾਂ ਦੀ ਬੜੀ ਖੁਸ਼ੀ ਮਨਾਈ ਜਾਂਦੀ ਹੈ, ਘਰ ਘਰ ਜਾ ਕੇ ਦੱਸਿਆ ਜਾਂਦਾ ਹੈ, ਢੰਡੋਰੇ ਪਿੱਟਦੇ ਨੇ, ਢੋਲ ਵਜਾ ਕੇ ਕਿ ਜੀ ਸਾਡੇ ਘਰ ਪੁੱਤਰ ਹੋਇਆ। ਤੇ ਜਿਸ ਵੇਲੇ ਲੜਕੀ ਹੁੰਦੀ ਹੈ ਤੇ ਉਸ ਵੇਲੇ ਨਹੀਂ। ਹਾਂ, ਉਸ ਵੇਲੇ ਮੇਰਾ ਖਿਆਲ ਉਹ ਕਾਫੀ ਸੈਡ ਐਨਵਾਇਰਨਮੈਂਟ ਹੋ ਜਾਂਦਾ ਘਰ ਦੇ ਵਿੱਚ। ਨਹੀਂ, ਸੈਡ ਤੇ ਨਹੀਂ ਹੁੰਦਾ। ਨਹੀਂ, ਕਈਆਂ ਦੇ ਦੇਖਿਆ ਆ ਮਤਲਬ ਕਿ ਆਪਣੀ ਲਾਈਫ ਦੇ ਵਿੱਚ ਜਿੱਦਾਂ ਕਈਆਂ ਦੇ ਘਰਾਂ ਦੇ ਵਿੱਚ ਮੈਂ ਨੋਟਿਸ ਕੀਤਾ ਕਿ ਉਹਨਾਂ ਦੇ ਜੇ ਤਾਂ ਲੜਕੀ ਨਾ ਹੋਈ ਹੋਵੇ ਪਹਿਲੇ, ਫਿਰ ਤਾਂ ਉਹਨਾਂ ਨੂੰ ਕਾਫੀ ਖੁਸ਼ੀ ਹੁੰਦੀ ਕਿ ਚਲੋ ਸਾਡੇ ਘਰ ਦੇ ਵਿੱਚ ਬੇਟੀ ਆਈ ਹੈ ਪਹਿਲੀ। ਪਰ ਜਿਨ੍ਹਾਂ ਦੇ ਘਰ ਦੇ ਵਿੱਚ ਜਿੱਦਾਂ ਕਾਫੀ ਪਹਿਲੇ ਲੜਕੀਆਂ ਹੋ ਗਈਆਂ ਤੇ ਉਹਨਾਂ ਨੂੰ ਫਿਰ ਕਾਫੀ ਜਿਹੜਾ ਹੈਗਾ ਆ ਫਿਰ ਮਾਯੂਸੀ ਜਿਹੀ ਫੀਲ ਹੁੰਦੀ ਹੈ ਕਿ ਚਲੋ ਇੱਕ ਮਤਲਬ ਬੇਟੀ ਹੋਰ ਆ ਗਈ ਹੈ ਘਰ ਦੇ ਵਿੱਚ। ਤਾਂ ਇਹ ਵੀ ਇੱਕ ਰੀਜ਼ਨ ਹੈ ਕਿ ਮੈਨੂੰ ਲੱਗਦਾ ਕਿ ਸੈਡ ਹੋ ਜਾਂਦੇ ਆ ਜੀ। ਲੜਕੀ ਅਗਰ ਪਹਿਲੀ ਹੋਵੇ ਤੇ ਵਾਕਈ ਉਹਨਾਂ ਦੀ ਉਨੀ ਹੀ ਖੁਸ਼ੀ ਮਨਾਈ ਜਾਂਦੀ ਹੈ। ਫਿਰ ਤੇ ਕਹਿੰਦੇ ਨੇ ਜੀ ਘਰ ਦੇ ਅੰਦਰ ਲక్ష్ਮੀ ਆਈ ਹੈ। ਤੇ ਅਗਰ 5-6 ਲੜਕੀਆਂ ਪਹਿਲੇ ਹੀ ਹੋਣ ਤੇ ਮਾਂ-ਬਾਪ ਨੂੰ ਇਸ ਤਰ੍ਹਾਂ ਲੱਗਣ ਲੱਗ ਪੈਂਦਾ ਹੈ ਕਿ ਕਿਸ ਤਰ੍ਹਾਂ ਪਾਲਾਂਗੇ, ਦਾਜ ਦਹੇਜ ਦੇਣਾ ਪਏਗਾ, ਵੱਡੀ ਹੋਏਗੀ। ਤੇ ਮਾਂ-ਬਾਪ ਨੂੰ ਇਹ ਵੀ ਮੈਨੂੰ ਲੱਗਦਾ ਕਿ ਜਿਹੜੇ ਪੇਰੈਂਟਸ ਹੈ ਉਹ ਇਹ ਸੋਚਦੇ ਕਿ ਲੜਕੀ ਦੀ ਰਿਸਪੌਂਸਿਬਿਲਿਟੀ ਜ਼ਿਆਦਾ ਆ ਸਾਡੇ ਉੱਤੇ, ਉਹਨੇ ਅਗਲੇ ਘਰ ਜਾਣਾ ਆ ਤੇ ਉਹਨੇ ਅਗਲੀ ਜਿੱਦਾਂ ਪਲਵਿੰਦਰ ਜੀ ਨੇ ਕਿਹਾ ਕਿ ਲੜਕੀਆਂ ਹੈਗੀਆਂ ਆ ਅੱਗੇ ਜਾ ਕੇ ਆਪਣੀ ਹੋਰ ਵੰਸ਼ ਵਧਾਉਂਦੀਆਂ ਤੇ ਉਹਨਾਂ ਨੂੰ ਇਹ ਵੀ ਰਹਿੰਦਾ ਕਿ ਜਿਹੜੇ ਪੇਰੈਂਟਸ ਹੁੰਦੇ ਆ ਬੱਚਿਆਂ ਦੇ, ਉਹਨਾਂ ਨੂੰ ਇਹ ਲੱਗਦਾ ਕਿ ਲੜਕਾ ਹੈ ਜਿਹੜਾ ਸਾਡੇ ਵੰਸ਼ ਨੂੰ ਵਧਾਏਗਾ ਤੇ ਲੜਕੀ ਅਗਲੇ ਘਰ ਜਾਏਗੀ ਤੇ ਉਹਦੀ ਰਿਸਪੌਂਸਿਬਿਲਿਟੀ ਜ਼ਿਆਦਾ ਹੈ। ਪਹਿਲੇ ਜ਼ਮਾਨੇ ਦੇ ਵਿੱਚ ਲੜਕੀਆਂ ਨੂੰ ਨਹੀਂ ਬਲਕਿ ਲੜਕੀਆਂ ਨੂੰ ਜ਼ਿਆਦਾ ਪ੍ਰੈਫਰ ਤਾਂ ਕਰਦੇ ਹੁੰਦੇ ਸੀਗੇ ਕਿ ਅਸੀਂ ਲਾਸਟ ਵੀਕ ਇੱਕ ਇਸ ਗੱਲ ਦੇ ਉੱਤੇ, ਇਸ ਟੌਪਿਕ ਦੇ ਉੱਤੇ ਡਿਸਕਸ ਕਰ ਰਹੇ ਸੀਗੇ ਕਿ ਕਿਉਂ ਇਸ ਤਰ੍ਹਾਂ ਸਮਝਿਆ ਜਾਂਦਾ ਸੀ। ਪਹਿਲੇ ਤਾਂ ਇਸ ਤਰ੍ਹਾਂ ਸੀਗਾ ਕਿ ਉਹ ਕਹਿੰਦੇ ਨੇ ਨਾ ਕਿ ਜਿਹੜੀ ਵੀ ਹਕੂਮਤ ਤਾਕਤ ਦੇ ਵਿੱਚ ਹੁੰਦੀ, ਉਹ ਆਪਣੀ ਤਾਕਤ ਆਜ਼ਮਾਉਂਦੀ ਹੈ। ਉਸ ਵੇਲੇ ਮੁਗਲਾਂ ਦਾ ਰਾਜ ਹੁੰਦਾ ਸੀਗਾ ਤੇ ਉਹ ਫਿਰ ਲੜਕੀਆਂ ਨੂੰ ਤੁਹਾਨੂੰ ਪਤਾ ਕਿ ਚੁੱਕੇ ਛੋਟੀਆਂ ਹੁੰਦੀਆਂ ਨੂੰ ਲੈ ਜਾਂਦੇ ਹੁੰਦੇ ਸੀਗੇ ਤੇ ਮਾਂ-ਬਾਪ ਨੂੰ ਇਹ ਹੁੰਦਾ ਸੀ ਕਿ ਘਰ ਦੇ ਅੰਦਰ ਲੜਕੀ ਨਾ ਹੀ ਪੈਦਾ ਹੋਵੇ। ਤਾਂ ਦੂਸਰਾ ਇਹ ਹੁੰਦਾ ਸੀਗਾ ਕਿ ਜਿਸ ਤਰ੍ਹਾਂ ਕਿ ਅੱਜ ਹੁਣ ਮੋਦੀ ਸਰਕਾਰ ਹੈ, ਤੁਸੀਂ ਦੇਖੋ ਅੱਜ ਹਨਾ ਹੁਣ ਦੇ ਵਿੱਚ ਹੈਗੇ ਨੇ, ਹੁਣ ਉਹ ਜ਼ਬਰਦਸਤੀ ਕਰ ਰਹੇ ਨੇ ਕਿ ਜਿਹੜੇ ਲੋਕ ਪਹਿਲੇ ਆਪਣਾ ਧਰਮ ਛੱਡ ਕੇ ਚਲੇ ਗਏ ਸੀ ਉਹਨਾਂ ਨੂੰ ਆਪਣੇ ਧਰਮ ਦੇ ਵਿੱਚ ਲੈ ਕੇ ਆ ਰਹੇ ਸੀ। ਸੋ ਸਰਕਾਰਾਂ ਜਿਸ ਤਰ੍ਹਾਂ ਬਦਲਦੀਆਂ ਰਹਿੰਦੀਆਂ ਨੇ, ਉਹ ਆਪਣੀ ਹਕੂਮਤ ਚਲਾਉਂਦੀਆਂ ਰਹਿੰਦੀਆਂ ਨੇ। ਤੇ ਇਦਾਂ ਹੀ ਚਾਈਨਾ ਦੇ ਵਿੱਚ ਵੀ ਇਹੀ ਮੈਨੂੰ ਲੱਗਦਾ ਜਿੱਦਾਂ ਇੰਡੀਆ ਦੇ ਵਿੱਚ ਸਿਚੁਏਸ਼ਨ ਸੀ ਲੜਕਿਆਂ ਤੇ ਲੜਕੀਆਂ ਦੀ, ਜਿਹੜਾ ਵਿਚਾਰ ਸੀਗੇ ਇੰਡੀਆ 'ਚ ਹੈਗੇ ਆ, ਮਤਲਬ ਹਲੇ ਵੀ ਚੱਲ ਰਹੇ ਆ, ਕੰਪਲੀਟਲੀ ਤਾਂ ਫਿਨਿਸ਼ ਨਹੀਂ ਹੋਇਆ ਕੁਛ ਵੀ। ਲੋਕ ਕੋਸ਼ਿਸ਼ ਕਰ ਰਹੇ ਆ ਚੇਂਜ ਕਰਨ ਦੀ, ਆਪਣੇ ਜਿਹੜੇ ਵਿਚਾਰ ਹੈ ਜਾਂ ਜ਼ਮਾਨੇ ਦੇ ਨਾਲ ਮੂਵ ਹੋ ਰਹੇ ਆ। ਪਰ ਚਾਈਨਾ 'ਚ ਜਿੱਦਾਂ ਉਹ ਉੱਥੇ ਵੀ ਬਹੁਤ ਬੜੀ ਪ੍ਰੋਬਲਮ ਆਈ ਹੈ। ਉੱਥੇ ਤਾਂ ਕਹਿੰਦੇ ਇਲੀਗਲ ਹੋ ਗਿਆ ਕਿ ਜਿਹੜੀਆਂ ਲੜਕੀਆਂ ਨੂੰ ਪਹਿਲੇ ਹੀ
ਕੁੱਖ ਦੇ ਵਿੱਚ ਹੀ ਮਾਰ ਦਿੱਤਾ ਜਾਂਦਾ ਹੈ। ਉਹਨਾਂ ਨੂੰ ਜਨਮ ਲੈਣ ਤੋਂ ਪਹਿਲੇ ਹੀ ਜਿਹੜਾ ਸਿਲੈਕਸ਼ਨ ਜਿੱਦਾਂ ਕਰ ਲੈਂਦੇ ਕਿ ਲੜਕੀ ਨਹੀਂ ਚਾਹੀਦੀ, ਤੇ ਉਹ ਮੈਨੂੰ ਲੱਗਦਾ ਹੈ ਇਲੀਗਲ ਹੋ ਗਿਆ ਆ। ਮੈਂ ਅੱਜ ਕੱਲ ਆਪਣੇ ਨਾ ਸਿਰਫ ਚਾਈਨਾ ਦੇ ਵਿੱਚ ਹੀ ਪ੍ਰੀਤ, ਇੰਡੀਆ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੈ। ਤੁਹਾਨੂੰ ਪਤਾ ਪੰਜਾਬ ਦੇ ਵਿੱਚ ਵੀ ਪਹਿਲਾਂ ਹੀ ਡਾਕਟਰ ਦੇ ਕੋਲ ਜਾ ਕੇ ਰਿਪੋਰਟ ਲੈ ਲੈਂਦੇ ਨੇ ਕਿ ਮਾਤਾ ਦੇ ਬੇਟਾ ਹੋਏਗਾ ਜਾਂ ਬੇਟੀ ਹੋਏਗੀ। ਸੋ ਪਹਿਲਾਂ ਹੀ ਪਤਾ ਚੱਲ ਜਾਂਦਾ ਸੀਗਾ ਤੇ ਪਹਿਲੇ ਹੀ ਲੜਕੀਆਂ ਨੂੰ ਜ਼ਾਇਆ ਕਰਵਾ ਦਿੱਤਾ ਜਾਂਦਾ ਸੀਗਾ। ਲੇਕਿਨ ਅੱਜ ਕੱਲ ਉਹ ਵੀ ਹੁਣ, ਕਿਉਂਕਿ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਹੁਣ ਅਗਰ 1000 ਲੜਕਾ ਹੈ ਤੇ 900 ਲੜਕੀਆਂ ਨੇ, 100 ਲੜਕੀ ਘੱਟ ਰਹੀ ਹੈ, ਤੇ ਕੱਲ ਨੂੰ ਲੜਕੇ ਜਾ ਕੇ ਵਿਆਹ ਕਿੱਥੇ ਕਰਨਗੇ? ਹਾਂ ਨਹੀਂ, ਇਹ ਚੀਜ਼ ਨੂੰ ਲੈ ਕੇ ਹੁਣ ਮੇਰਾ ਖਿਆਲ ਹੈ ਕਿ ਕੰਟਰੋਲ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਜਾਂ ਕਹਿ ਲਓ ਕਿ ਇਹ ਲੜਕੀਆਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ। ਮੇਰਾ ਖਿਆਲ ਹੈ ਉਸ ਸਿਚੁਏਸ਼ਨ ਨੂੰ ਗਵਰਨਮੈਂਟ ਵੀ ਅੰਡਰਸਟੈਂਡ ਕਰ ਰਹੀ ਹੈ ਕਿ ਉਹਨਾਂ ਨੂੰ ਚੇਂਜ ਕੀਤਾ ਜਾਵੇ, ਲੋਕਾਂ ਦਾ ਜਿਹੜਾ ਹੈਗਾ ਸੋਚਣੀ ਹੈ। ਔਰ ਦੂਸਰੀ ਜਿਹੜੀ ਉਸ ਦਾ ਰੀਜ਼ਨ ਸੀਗਾ ਕਿ ਲੜਕੀਆਂ ਪ੍ਰੈਫਰ ਨਹੀਂ ਸੀ ਕਰਦੇ ਹੁੰਦੇ, ਲੜਕੇ ਪ੍ਰੈਫਰ ਕਰਦੇ ਹੁੰਦੇ ਸੀਗੇ, ਕਿਉਂਕਿ ਉਸ ਵੇਲੇ ਜ਼ਮੀਨਾਂ ਦੇ ਵਿੱਚ ਤੁਹਾਨੂੰ ਪਤਾ ਹੈ ਅਨਾਜ ਬੋਇਆ ਜਾਂਦਾ ਸੀ, ਜ਼ਮੀਨਦਾਰ ਹੁੰਦੇ ਸੀਗੇ, ਤੇ ਉਹ ਕਹਿੰਦੇ ਹੁੰਦੇ ਸੀਗੇ ਕਿ ਜੀ ਸਾਡੇ ਘਰ ਅਗਰ ਬੇਟੇ ਹੋਣਗੇ ਤੇ ਵੱਡੇ ਹੋ ਕੇ ਹੈਲਪ ਕਰਨਗੇ, ਕਿਉਂਕਿ ਖੇਤੀਬਾੜੀ ਕਰਨੀ ਹੁੰਦੀ ਸੀ, ਹੈਵੀ ਕੰਮ ਹੁੰਦਾ ਸੀ, ਕਿਸਾਨ ਲੋਕ ਹੁੰਦੇ ਸੀ। ਸੋ ਲੜਕੀਆਂ ਤੇ ਨਹੀਂ ਨਾ ਇੰਨਾ ਹੈਵੀ ਕੰਮ ਕਰ ਸਕਦੀਆਂ, ਉਹ ਵੀ ਰੀਜ਼ਨ ਸੀ। ਤੇ ਇੱਕ ਹੋਰ ਰੀਜ਼ਨ ਤੁਸੀਂ ਦੱਸੋ ਕਿ ਜਿਸ ਵੇਲੇ ਲੜਕੇ ਜਾਂ ਮਰਦ ਲੋਕ ਜਿਹੜੇ ਨੇ ਘਰੋਂ ਸ਼ਿਕਾਰ ਖੇਲਣ ਜਾਂਦੇ ਹੁੰਦੇ ਸੀ, ਉਸ ਵੇਲੇ ਫਿਰ ਉਹ ਲੜਕੀਆਂ ਨੂੰ ਤੇ ਨਹੀਂ ਨਾ ਲੈ ਕੇ ਜਾ ਸਕਦੇ ਸੀ। ਹਾਂ, ਲੜਕੀਆਂ ਨੂੰ ਨਹੀਂ ਲੈ ਕੇ ਜਾ ਸਕਦੇ ਸੀ, ਔਰ ਸ਼ਿਕਾਰ ਦੇ ਵਿੱਚ ਪਤਾ ਨਹੀਂ ਕਿਸ ਤਰੀਕੇ ਦਾ ਉਹਨਾਂ ਨੂੰ ਫੇਸ ਕਰਨਾ ਪਵੇ ਅੱਗੇ ਜੰਗਲ ਬਿਆਬਾਨ ਦੇ ਵਿੱਚ। ਤੇ ਉਹ ਜਿਹੜਾ ਹੈਗਾ ਆ, ਕਿਉਂਕਿ ਲੜਕੀਆਂ ਕਮਜ਼ੋਰ ਹੁੰਦੀਆਂ ਨੇ, ਇੰਨੀਆਂ ਤਾਕਤਵਰੀਆਂ ਨਹੀਂ ਹੁੰਦੀਆਂ। ਮਰਦਾਂ ਦੇ ਵਿੱਚ ਕਾਫੀ ਮਰਦ ਜਿਹੜੇ ਨੇ ਸ਼ਕਤੀਸ਼ਾਲੀ ਹੁੰਦੇ, ਤਾਕਤਵਰ ਹੁੰਦੇ ਨੇ। ਸੋ ਇਹ ਜਿਹੜੇ ਰੀਜ਼ਨਸ ਹੈਗੇ ਸੀ, ਤਦ ਕਰਕੇ ਲੋਕ ਜਿਹੜੇ ਪ੍ਰੈਫਰ ਕਰਦੇ ਹੁੰਦੇ ਸੀਗੇ ਕਿ ਜੀ ਸਾਡੇ ਘਰ ਪੁੱਤਰ ਹੋਵੇ ਤੇ ਅਸੀਂ ਜ਼ਿਆਦਾ ਖੁਸ਼ੀਆਂ ਮਨਾਉਂਦੇ ਸੀਗੇ। ਸੋ ਐਨੀਵੇ ਸਾਡੇ ਨਾਲ ਸਾਡੇ ਗੈਸਟ ਹਜੇ ਵੀ ਹੈਗੇ ਨੇ। ਪਲਵਿੰਦਰ ਜੀ, ਅਸੀਂ ਹੁਣ ਤੁਹਾਡੇ ਵੱਲ ਆਉਂਦੇ ਹਾਂ। ਹਾਂਜੀ ਪਲਵਿੰਦਰ ਜੀ, ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ। ਹਾਂਜੀ, ਸੁਣਦੀ ਪਈ ਮੈਂ ਤੁਹਾਡੀ ਗੱਲਾਂ। ਤੁਹਾਨੂੰ ਪਤਾ ਹੈ ਅੱਜ ਕੱਲ ਰਾਜਸਥਾਨ ਤੋਂ, ਬੰਗਾਲ ਤੋਂ, ਬਿਹਾਰ ਤੋਂ ਲੜਕੀਆਂ ਨੂੰ ਖਰੀਦ ਕੇ ਲੈ ਕੇ ਆ ਰਹੇ ਨੇ ਵਿਆਹ ਕਰਨ ਵਾਸਤੇ। ਪਹਿਲੇ ਜ਼ਮਾਨੇ ਦੇ ਵਿੱਚ ਕਹਿੰਦੇ ਹੁੰਦੇ ਸੀਗੇ ਕਿ ਨਹੀਂ, ਅਗਰ ਅਸੀਂ ਸਾਡੀ ਜਿਹੜੀ ਜ਼ਾਤ ਹੈਗੀ ਹੈ, ਅਸੀਂ ਆਪਣੀ ਜ਼ਾਤ ਦੇ ਵਿੱਚ ਹੀ ਬੱਚਿਆਂ ਨੂੰ ਵਿਆਹਣਾ ਚਾਹੁੰਦੇ ਹਾਂ। ਲੇਕਿਨ ਅੱਜ ਕੱਲ ਉਹ ਜ਼ਾਤ ਪਾਤ ਕਿੱਥੇ ਰਹਿ ਗਈ, ਖਤਮ ਹੁੰਦੀ ਜਾ ਰਹੀ ਹੈ, ਕਿਉਂਕਿ ਲੜਕੀਆਂ ਘੱਟ ਗਈਆਂ ਨੇ ਤੇ ਲੋਕ ਬਿਹਾਰ ਦੇ ਵਿੱਚ ਚਲੇ ਜਾਂਦੇ ਨੇ, ਰਾਜਸਥਾਨ ਜਾ ਰਹੇ, ਬੰਗਾਲ ਜਾਂਦੇ ਨੇ, ਉੱਥੋਂ ਲੜਕੀਆਂ ਖਰੀਦ ਕੇ ਲੈ ਕੇ ਆ ਕੇ ਸ਼ਾਦੀ ਕਰ ਰਹੇ ਨੇ ਆਪਣੇ ਪੁੱਤਰਾਂ ਦੀ। ਇਸ ਦੇ ਬਾਰੇ ਤੁਹਾਡਾ ਕੀ ਖਿਆਲ ਹੈਗਾ? ਇਹ ਵੀ ਤੁਹਾਡੀ ਗੱਲ ਸੱਚ ਹੈ ਕਿ ਖਰੀਦ ਕੇ ਲੈ ਕੇ ਆ ਰਹੇ ਆ, ਕਿਉਂਕਿ ਜਿਹੜੇ ਲੜਕੇ ਆ ਪੰਜਾਬ 'ਚ ਲੈ ਲਓ, ਇੱਥੇ ਲੈ ਲਓ, ਇੰਨੇ ਡਰੱਗ 'ਚ ਪੈ ਗਏ ਆ, ਉਸ ਕਰਕੇ ਉਹ ਕੋਈ ਰਿਸ਼ਤੇ, ਪਹਿਲੀ ਗੱਲ ਤਾਂ ਜਿਹੜੇ ਅੱਛੇ ਘਰਾਂ ਦੇ ਆ ਉਹਨਾਂ ਨੂੰ ਮਿਲ ਹੀ ਨਹੀਂ ਰਹੇ। ਫਿਰ ਇਸ ਕਰਕੇ ਵੀ ਥੋੜ੍ਹਾ ਜਿਹਾ ਹੈਗਾ ਆ ਕਿ ਉਹ ਫਿਰ ਆਪਣੇ ਬੱਚੇ ਦਾ ਘਰ ਬਸਾਉਣ ਵਾਸਤੇ ਥੋੜ੍ਹਾ ਜਿਹਾ ਬਾਹਰੋਂ ਲੈ ਕੇ ਆ ਰਹੇ ਆ। ਕਿ ਕਾਫੀ ਬੱਚੇ ਪਹਿਲਾਂ 7-8 ਸਾਲ ਤੋਂ ਵੀ ਜਾਸਤੀ ਹੋ ਗਿਆ ਕਿ ਲੜਕੀਆਂ ਨੂੰ ਕੁੱਖ ਵਿੱਚ ਮਾਰ ਦਿੰਦੇ ਸੀ। ਉਹਦੇ ਨਾਲ ਵੀ ਲੜਕੀਆਂ ਦਾ ਬਹੁਤ ਘੱਟ ਲੜਕੀਆਂ ਗਰੋ ਹੋਈਆਂ, ਜਿਹੜੀਆਂ ਬਚ ਗਈਆਂ, ਜਿਨ੍ਹਾਂ ਨੇ ਮਾਵਾਂ ਨੇ ਆਪਣੇ ਆਪ ਨੂੰ ਸੰਭਾਲਿਆ ਕਾਫੀ ਤਰੀਕੇ ਦੇ ਨਾਲ, ਕਿ ਇੱਕ ਲੜਕੀ ਆ ਗਈ, 2 ਲੜਕੀਆਂ ਆ ਗਈਆਂ, 3 ਲੜਕੀਆਂ ਆ ਗਈਆਂ, ਕਿਉਂਕਿ ਇੱਕ ਔਰਤ ਹੀ ਔਰਤ ਨੂੰ ਮਿਹਣਾ ਦੇਣੋਂ, ਜਿਸ ਘਰ ਦੇ ਅੰਦਰ ਦੇਰਾਣੀਆਂ ਜਠਾਣੀਆਂ ਜਿਸ ਵੇਲੇ ਹੁੰਦੀਆਂ ਨੇ, ਅਗਰ ਮੰਨ ਲਓ ਜਠਾਣੀ ਪਹਿਲੇ ਆਈ ਹੋਈ ਹੈ ਵਿਆਹ ਕਰਾ ਕੇ, ਉਸਦੇ 2 ਪੁੱਤਰ ਹੈਗੇ ਨੇ, ਦੇਵਰਾਣੀ ਬਾਅਦ ਵਿੱਚ ਆਈ ਹੈ, ਅਗਰ ਉਸਦੇ 2 ਜਾਂ 3 ਲੜਕੀਆਂ ਹੋ ਗਈਆਂ ਤੇ ਉਹ ਘਰ ਵਾਲੇ ਹੀ ਕਹਿਣਾ ਸ਼ੁਰੂ ਕਰ ਦਿੰਦੇ ਨੇ, ਲੈ ਇਹ ਤੇ ਕੁੜੀਆਂ ਦੀ ਲਾਈਨ ਲਗਾਈ ਜਾ ਰਹੀ ਹੈ, ਮੁੰਡਾ ਇਹਨੇ ਮਾਰ ਕੇ ਇੱਕ ਘਰ ਦੇ ਵਿੱਚ ਜੀਣਾ ਭਾਰੀ ਕਰ ਦਿੰਦੇ। ਕਹਿ ਦੋ ਕਿ ਇਹ ਹਾਲਾਤ ਪੈਦਾ ਹੋ ਜਾਂਦੇ ਕਿ ਉਹਨੂੰ ਇਸ ਚੀਜ਼ ਦੇ ਬਾਰੇ ਸੋਚਣ ਤੇ ਮਜਬੂਰ ਹੋਣਾ ਪੈ ਜਾਂਦਾ, ਮੈਨੂੰ ਲੱਗਦਾ ਹੈ। ਹਾਂਜੀ, ਦੋਨੋਂ ਤਰ੍ਹਾਂ ਤੇ ਹੋ ਜਾਂਦਾ ਹੈ ਕਿ ਜਿਹੜੀ ਔਰਤ ਹੈ ਔਰਤ ਨੂੰ ਹੀ ਕਹਿਣ ਲੱਗ ਪੈਂਦੀ ਹੈ, ਤੇ ਫਿਰ ਉਹ ਦੂਸਰੇ ਜਿਹੜੇ ਆਦਮੀ ਹੁੰਦੇ ਆ ਤੇ ਉਹ ਕੁਝ ਕਰ ਹੀ ਨਹੀਂ ਸਕਦੇ। ਅਗਰ ਘਰ ਦੇ ਹੀ ਕਹਿਣਗੇ ਤੇ ਫਿਰ ਬਾਹਰਦਿਆਂ ਨੂੰ ਤੇ ਮੌਕਾ ਮਿਲਦਾ ਹੈ ਗੱਲ ਕਰਨ ਦਾ। ਮੇਰੇ ਖਿਆਲ ਨਾਲ ਕਿ ਲੜਕੀਆਂ ਨੂੰ ਹੁਣ ਦੇ ਸਮੇਂ ਤੇ ਕੋਈ ਵੀ ਲੜਕੀ ਤਿਆਰ ਨਹੀਂ ਕਿ ਮੈਂ ਆਪਣੇ ਢਿੱਡ ਦੇ ਵਿੱਚ ਬੱਚਾ, ਚਾਹੇ ਲੜਕੀ ਆ ਚਾਹੇ ਲੜਕਾ ਆ, ਕਿ ਮੈਂ ਉਹਨੂੰ ਇੰਜੈਕਟ ਤਿਆਰ ਨਹੀਂ ਹੁੰਦੇ, ਕਿਉਂਕਿ ਮਾਂ ਤੇ ਤੁਹਾਨੂੰ ਪਤਾ ਹੈ, ਮਾਂ ਦੀ ਮਮਤਾ ਤੇ ਪਹਿਲੇ ਤੋਂ ਹੀ ਜਾਗ ਜਾਂਦੀ ਹੈ, ਮਾਂ ਤੇ ਕਦੀ ਵੀ ਨਹੀਂ ਚਾਹੁੰਦੀ। ਲੇਕਿਨ ਘਰ ਦੇ ਹਾਲਾਤ ਤੇ ਵੀ ਇਸ ਤਰ੍ਹਾਂ ਦੇ ਹੁੰਦੇ ਨੇ, ਘਰ ਦੇ ਅੰਦਰ ਇੰਨੀ ਗਰੀਬੀ ਹੁੰਦੀ ਹੈ। ਮੰਨ ਲਓ ਕਿ ਕਿਸੇ ਦੇ 6 ਲੜਕੀਆਂ ਪਹਿਲੇ ਹੀ ਹੈਗੀਆਂ ਨੇ ਔਰ 7ਵੀਂ ਵਾਰੀ ਉਹਨੂੰ ਪਤਾ ਚੱਲ ਗਿਆ ਕਿ ਫਿਰ ਮੇਰੇ ਘਰ ਬੱਚੀ ਪੈਦਾ ਹੋਣ ਵਾਲੀ ਹੈ, ਤੇ ਫਿਰ ਤੁਸੀਂ ਦੱਸੋ ਕਿ ਉਹ ਮਤਲਬ ਜਾਇਜ਼ ਹੈ ਕਿਸ ਤਰ੍ਹਾਂ? ਮਤਲਬ ਫਿਰ ਉਹੀ ਤਾਂ ਕਹਿੰਦੇ ਨਾ ਕਿ ਪਹਿਲੀ ਗੱਲ ਤੇ ਜੇ ਬੱਚੇ ਉਹਨਾਂ ਨੇ 1 ਜਾਂ 2 ਬਣਾਉਣੇ ਆ,
ਉਹਦੇ ਕਿਸਮਤ ਦੇ ਨਾਲ ਆ। ਸਭ ਮੇਨ ਥਿੰਗ ਕੁੜੀ ਔਰਤ ਦੇ ਹੱਥ ਦੇ ਵਿੱਚ ਕੁਝ ਵੀ ਨਹੀਂ ਆ ਕਿ ਮੈਂ ਉਹ ਚਾਹੁੰਦੀ ਨਹੀਂ ਆ ਕਿ ਮੇਰੇ ਕੋਲ ਲੜਕਾ ਨਾ ਹੋਵੇ। ਹੁਣ ਜਿਸ ਕੁੜੀ ਨੂੰ ਇੰਨਾ ਯੂਜ਼ ਕੀਤਾ ਜਾਂਦਾ ਹੈ ਕਿ ਪਹਿਲਾਂ ਇੱਕ ਕੁੜੀ ਹੋ ਗਈ, ਫਿਰ ਟਰਾਈ ਕਰੋ, ਦੂਸਰੀ ਹੋ ਗਈ, ਤੀਸਰੀ ਹੋ ਗਈ, ਉਹਨਾਂ ਦੇ ਘਰਦਿਆਂ ਨੂੰ ਪਹਿਲੇ ਥੋੜ੍ਹੀ ਜਿਹੀ ਸਮਝ ਚਾਹੀਦੀ ਆ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਕੁੜੀਆਂ ਤੇ ਇੰਨਾ ਕੰਮ ਕਰਦੀਆਂ, ਹਰ ਜਗ੍ਹਾ ਤੇ ਤੁਸੀਂ ਦੇਖੋ ਜਿੱਥੇ ਵੀ ਜਾਵਾਂਗੇ ਪਹਿਲਾਂ ਇੱਕ ਔਰਤ ਇੱਕ ਕੰਮ ਕਰਨ ਲਈ ਖੜੀ ਹੋਏਗੀ ਮੋਢੇ ਨਾਲ ਮੋਢਾ ਜੋੜ ਕੇ। ਇੰਨੇ ਮੁੰਡਿਆਂ ਦੇ ਕੋਲ ਨਹੀਂ ਅਕਲ ਜਿੰਨੀ ਕੁੜੀਆਂ ਦੇ ਕੋਲ ਅਕਲ ਹੈਗੀ ਆ ਅੱਜ ਕੱਲ੍ਹ ਦੇ। ਉਹ ਘਰ ਦੇ ਵਿੱਚ ਕੋਈ ਵਿੱਚ ਗੈਸਟ ਵੀ ਆ ਜਾਂਦੇ ਆ, ਕੁੜੀਆਂ ਸੰਭਾਲਦੀਆਂ, ਘਰ ਤੋਂ ਬਾਹਰ ਜਾਂਦੀਆਂ ਕੁੜੀਆਂ ਕੰਮ ਕਰਦੀਆਂ। ਸਾਨੂੰ ਜੀ ਇਹ ਵੀ ਦੇਖਿਆ ਕਿ ਤੁਸੀਂ ਵੱਡੇ ਵੱਡੇ ਬਿਜ਼ਨਸ ਦੇਖ ਲਓ ਜੀ, ਜੋਬਾਂ ਦੇ ਉੱਤੇ ਦੇਖ ਲਓ, ਆਮ ਦੇਖਣ ਵਾਲੀ ਜਿਹੜੀ ਗੱਲ ਹੈਗੀ ਹੈ ਸਾਡੇ ਕੰਮ ਕ੍ਰੋਸ ਹੁੰਦੀ ਹੈ ਡੇਲੀ ਲਾਈਫ ਦੇ ਵਿੱਚ। ਹਾਂਜੀ, ਤੁਸੀਂ ਬੜੇ ਬੜੇ ਬਿਜ਼ਨਸ ਸਕਸੈਸਫੁਲ ਹੈ, ਲੇਡੀਜ਼ ਹੀ ਸਕਸੈਸਫੁਲ ਨੇ। ਦੇਖੋ ਕੋਈ ਕਿਸੇ ਗੱਲੋਂ ਘੱਟ ਨਹੀਂ ਹੈ ਵੇਖਿਆ ਜਾਵੇ ਤਾਂ। ਹਾਂਜੀ, ਤੇ ਉਹਦੇ 'ਚ ਕੋਈ ਵੀ ਕਿਸੇ ਲੜਕੀਆਂ ਬਲਕਿ ਅੱਗੇ ਹੋ ਕੇ ਵੱਧ ਚੜ੍ਹ ਕੇ ਹਿੱਸਾ ਲੈ ਰਹੀਆਂ ਆ, ਜ਼ਿੰਦਗੀ ਦੇ ਹਰ ਪੜਾਅ ਤੇ ਅੱਗੇ ਜਾ ਰਹੀਆਂ ਆ। ਪਰ ਉਹਦੇ ਵਿੱਚ ਮੇਰਾ ਖਿਆਲ ਹੈ ਕਿ ਸਾਨੂੰ ਲੜਕੀਆਂ ਨਾਲ ਇਹ ਸੋਚ ਜਿਹੜੀ ਸਾਡੀ ਬਦਲਣੀ ਚਾਹੀਦੀ ਹੈ। ਅੱਛਾ, ਐਸਾ ਪਲਵਿੰਦਰ ਜੀ ਤੁਸੀਂ ਇੱਥੇ ਹੀ ਬਣੇ ਰਹੋ, ਇੱਕ ਸਾਡਾ ਹੋਰ ਵੀ ਕਾਲਰ ਹੈਗੇ ਨੇ, ਉਹਨਾਂ ਨਾਲ ਗੱਲਬਾਤ ਕਰਕੇ ਅਸੀਂ ਵਾਪਸ ਤੁਹਾਡੇ ਵੱਲ ਆਉਂਦੇ ਹਾਂ। ਠੀਕ ਹੈ, ਜਾਇਓ ਨਾ। ਓਕੇ ਜੀ। ਸੋ ਨਾਜ਼ਰੀਨ, ਅੱਜ ਅਸੀਂ ਸਖੀ ਸਹੇਲੀ ਪ੍ਰੋਗਰਾਮ ਦੇ ਵਿੱਚ ਡਿਸਕਸ ਕਰ ਰਹੇ ਹਾਂ। ਹਾਂਜੀ, ਕਾਲ ਹੈ ਸਾਡੇ ਨਾਲ। ਹੈਲੋ ਹਾਂਜੀ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਖੀ ਹੈ ਕਿ ਸਹੇਲੀ ਹੈ? ਦੋਨੋਂ ਹੀ ਹੈਗੇ ਆ, ਸਖੀ ਸਹੇਲੀ ਦੋਨੋਂ ਹੀ ਬੈਠੇ। ਹਾਂਜੀ, ਦੋਨੋਂ ਇਕੱਠੇ ਹੀ ਬੈਠੇ ਹੋਏ ਆ ਜੀ। ਹਾਂਜੀ, ਅੱਛਾ, ਹਾਂਜੀ, ਅਸੀਂ ਡਿਸਕਸ ਕਰ ਰਹੇ ਹਾਂ। ਤੁਸੀਂ ਆਪਣਾ ਨਾਮ ਦੱਸੋਗੇ ਪਹਿਲੇ? ਮੇਰਾ ਨਾਮ ਜੀ ਅਜੀਤ ਸਿੰਘ ਚੱਗਰ ਬੋਲਦਾ ਹਾਂ। ਅਜੀਤ ਸਿੰਘ ਚੱਗਰ ਜੀ, ਨਾਰਥ ਹਾਲ ਤੋਂ। ਜੀ ਆਇਆਂ ਨੂੰ, ਤੁਹਾਡਾ ਸਵਾਗਤ ਹੈ ਸਾਡੇ ਇਸ ਸਖੀ ਸਹੇਲੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ। ਹਾਂਜੀ, ਤੇ ਪਹਿਲਾਂ ਤਾਂ ਲੋਹੜੀ ਦੀਆਂ ਮੁਬਾਰਕਾਂ ਦੇਣੀਆਂ ਸਾਰੇ ਜਿੰਨੇ ਵੀ ਜਿਹੜੇ ਘਰਾਂ ਦੀ ਕੁੜੀਆਂ ਆਈਆਂ ਜੀ। ਹਾਂਜੀ, ਥੈਂਕ ਯੂ ਵੈਰੀ ਮਚ, ਤੁਹਾਨੂੰ ਵੀ ਸਵਾ ਵਧਾਈਆਂ। ਹਾਂਜੀ, ਸਾਡੇ ਕਿਸੇ ਸਖੀ ਦੇ ਤੇ ਸਹੇਲੀ ਬੱਚਾ ਹੋਇਆ, ਕਿਸੇ ਦੇ ਬੱਚੀ ਹੋਈ ਆ, ਕਿਸੇ ਦੇ ਬੱਚੇ ਦਾ ਵਿਆਹ ਹੋਇਆ। ਓਕੇ, ਤੇ ਸਾਰਿਆਂ ਨੂੰ ਬਹੁਤ ਵਧਾਈਆਂ। ਸਾਡੀ ਲੋਹੜੀ ਅੱਜ ਕੇ ਮਨਾਈ ਬਹੁਤ ਅੱਛੇ ਤਰੀਕੇ ਨਾਲ ਆ। ਅੱਛਾ ਜੀ। ਕਿਸ ਤਰ੍ਹਾਂ ਮਨਾਈ ਹੈ? ਬੜੀਆਂ ਰੌਣਕਾਂ ਲੱਗੀਆਂ ਜਿੱਥੇ ਜਿੱਥੇ ਵੀ ਪ੍ਰੋਗਰਾਮ ਹੋਏ। ਅੱਛਾ ਜੀ, ਓਕੇ। ਤੁਸੀਂ ਕਿੱਦਾਂ ਮਨਾਈ ਲੋਹੜੀ? ਤੁਸੀਂ ਅੱਛਾ ਡਿਸਕਨੈਕਟ ਹੋ ਗਿਆ ਮੇਰੇ ਖਿਆਲ, ਉਹਨਾਂ ਦੀ ਕਾਲ ਡ੍ਰੌਪ ਹੋ ਗਈ ਹੈ। ਅਜੀਤ ਜੀ, ਅਗਰ ਤੁਸੀਂ ਪ੍ਰੋਗਰਾਮ ਦੇਖ ਰਹੇ ਹੋ ਤਾਂ ਤੁਸੀਂ ਵਾਪਸ ਵੀ ਸਾਡੇ ਸਟੂਡੀਓ ਦੇ ਵਿੱਚ ਨੰਬਰ ਆਪਣਾ ਕਾਲ ਮਿਲਾ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 07934610868। ਔਰ ਅਗਰ ਈਮੇਲ ਕਰਨੀ ਹੈ ਤਾਂ ਸਹੇਲੀ ਕਿਸ ਤਰ੍ਹਾਂ ਕਰਨਗੇ? ਹਾਂਜੀ, info@southholtv.com ਤੇ ਈਮੇਲ ਕਰ ਸਕਦੇ ਹੋ। ਈਮੇਲ ਕਰਕੇ ਸਾਨੂੰ ਜ਼ਰੂਰ ਫੀਡਬੈਕ ਦਿਆ ਕਰੋ, ਆਪਣੇ ਸੁਝਾਅ ਦਿਆ ਕਰੋ, ਆਪਣੇ ਮਸ਼ਵਰੇ ਦਿਆ ਕਰੋ ਕਿ ਤੁਸੀਂ ਤੁਹਾਨੂੰ ਪ੍ਰੋਗਰਾਮ ਕਿਸ ਤਰ੍ਹਾਂ ਲੱਗ ਰਿਹਾ ਹੈ, ਜਾਂ ਫਿਰ ਅੱਗੇ ਆਉਣ ਵਾਲੇ ਪ੍ਰੋਗਰਾਮਸ ਜਿਹੜੇ ਨੇ ਬਾਰੇ ਕੀ ਤੁਸੀਂ ਸੋਚਦੇ ਹੋ, ਕੀ ਸੁਜੈਸਟ ਕਰਨਾ ਚਾਹੁੰਦੇ ਹੋ। ਜੀ ਪ੍ਰੀਤ, ਹਾਂਜੀ, ਲੜਕੀਆਂ ਹਰ ਮੈਦਾਨ ਦੇ ਵਿੱਚ ਅੱਗੇ ਨੇ, ਜਿਸ ਤਰ੍ਹਾਂ ਫਤਿਹ ਕਰ ਰਹੀਆਂ, ਬਿਲਕੁਲ। ਤੇ ਲੇਕਿਨ ਉਹੀ ਅਸੀਂ ਗੱਲ ਕਰ ਰਹੇ ਸੀ, ਡਿਸਕਸ ਕਰ ਰਹੇ ਸੀਗੇ ਕਿ ਲੜਕੀਆਂ ਸਹੁਰੇ ਘਰ ਜਾਂਦੀਆਂ ਨੇ, ਪੂਰਾ ਸਹੁਰਾ ਘਰ ਆਪਣਾ ਸੰਭਾਲ ਲੈਂਦੀਆਂ ਨੇ, ਸੱਸ ਸਸੁਰ ਨੂੰ ਵੀ ਦੇਖਦੀਆਂ ਨੇ, ਬਿਲਕੁਲ, ਫਿਰ ਆਪਣੇ ਮਾਂ-ਬਾਪ ਨੂੰ ਵੀ ਸੰਭਾਲਦੀਆਂ ਨੇ। ਮੈਨੂੰ ਗਾਣਾ ਯਾਦ ਆ ਰਿਹਾ ਸੀ ਹੰਸਰਾਜ ਹੰਸੀ ਦਾ ਗਾਇਆ ਹੋਇਆ। ਹਾਂਜੀ, 2 ਲਾਈਨਾਂ ਤੁਸੀਂ ਸੁਣਾਓ। ਕਹਿੰਦੇ ਕਿ ਮੁੰਡੇ ਜਿਹੜੇ ਨੇ, ਮੁੰਡੇ ਵੰਡਾਨ ਜ਼ਮੀਨਾਂ ਤੇ ਕੁੜੀਆਂ ਦੁੱਖ ਵੰਡਾਉਂਦੀਆਂ ਨੇ। ਇਹ ਤਾਂ ਫੈਕਟ ਹੈ ਲਾਈਫ ਦਾ, ਹੈ ਨਾ, ਕਿ ਅਸੀਂ ਆਪਣੇ ਤੇ ਲੈ ਲਈਏ, ਅਸੀਂ ਵੀ ਮੇਰਾ ਖਿਆਲ ਹੈ ਕਿ ਇਸੇ ਤਰੀਕੇ ਨਾਲ ਆਪਦੇ ਪੇਰੈਂਟਸ ਨਾਲ, ਪਰਿਵਾਰਾਂ ਦੇ ਵਿੱਚ ਇਸੇ ਤਰੀਕੇ ਨਾਲ ਚਲਾ ਰਹੇ ਹਾਂ। ਤੇ ਮੇਰਾ ਖਿਆਲ ਹੈ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਸਾਡੇ ਜਾਣ ਪਛਾਣ ਵਾਲੇ ਆਪਣੇ, ਮੈਂ ਦੇਖਦੀ ਹਾਂ ਕਿ ਉਹਨਾਂ ਦੇ ਵਿੱਚ ਇਹੀ ਇੱਕ ਵਿਚਾਰ ਹੈਗੀ ਕਿ ਲੜਕੀਆਂ ਜਿਹੜੀਆਂ ਦੁੱਖ ਵੰਡਾਉਂਦੀਆਂ, ਦੁੱਖ ਤਕਲੀਫ ਤੇ ਨਾਲ ਖੜਦੀਆਂ ਮਾਂ ਬਾਪ ਤੇ। ਬਿਲਕੁਲ। ਮੈਂ ਕਿਸੇ ਨੂੰ ਜਾਣਦੀ ਹਾਂ ਤੇ ਉਹ ਲੜਕੀ ਬਹੁਤ ਸਾਲ ਪਹਿਲੇ ਇੱਥੇ ਇੰਡੀਆ ਤੋਂ ਆਈ ਸੀਗੀ। ਕਹਿੰਦੇ ਨੇ ਜਿਹੜੇ ਸੰਜੋਗ ਨੇ ਉਹ ਤੇ ਧੁਰੋਂ ਲਿਖੇ ਹੁੰਦੇ ਨੇ, ਪਰਮਾਤਮਾ ਨੇ ਜਿਹਦਾ ਜਿੱਥੇ ਲਿਖਿਆ ਹੁੰਦਾ, ਦਾਣਾ ਪਾਣੀ ਜਾਂ ਸੰਜੋਗ। ਉਹ ਲੜਕੀ ਇੱਕ ਇੱਥੇ ਆਈ ਸੀਗੀ ਇੰਡੀਆ ਤੋਂ, ਤੇ ਮਤਲਬ ਆਈ ਹੈ ਪਹਿਲੇ ਬੜੀ, ਤੁਹਾਨੂੰ ਪਤਾ ਹੈ ਕਿ ਬੰਦਾ ਇਕੱਲਾ ਮਹਿਸੂਸ ਕਰਦਾ ਹੈ, ਕਿਉਂਕਿ ਇੱਕਦਮ ਦੂਸਰੇ ਕੰਟਰੀ ਨੂੰ ਛੱਡ ਕੇ ਆਣਾ ਹੈ, ਉਹਦੇ ਲਈ ਇੱਕ ਬੜਾ ਮੁਸ਼ਕਿਲ ਹੈ ਸੈਟਲ ਹੋਣਾ। ਤੇ ਉਹਨੂੰ ਇਹ ਸੀਗਾ ਕਿ ਮੇਰੀ ਪਿੱਛੇ ਇੱਕ ਸਿਸਟਰ ਹੈਗੀ ਹੈ, ਮੈਂ ਆਪਣੀ ਭੈਣ ਨੂੰ ਕਿਸੇ ਤਰ੍ਹਾਂ ਲੈ ਆਵਾਂ। ਉਸ ਲੜਕੀ ਨੇ ਇੰਨਾ ਇੱਥੇ ਆ ਕੇ ਕੰਮ ਕੀਤਾ, ਇੰਨਾ ਜਦੋਜਹਿਦ ਕੀਤੀ, ਫਿਰ ਆਪਣੀ ਸਿਸਟਰ ਨੂੰ ਲੈ ਕੇ ਆਈ, ਥੋੜੇ ਸਾਲਾਂ ਬਾਅਦ ਫਿਰ ਆਪਣੇ ਬ੍ਰਦਰ ਨੂੰ ਲੈ ਕੇ ਆਈ, ਫਿਰ ਆਪਣੇ ਮਮ ਨੂੰ ਲੈ ਕੇ ਆਈ। ਮਤਲਬ ਉਹਨੂੰ ਇਹ ਸੀਗਾ, ਉਹਨੇ ਇੱਕ ਲੜਕੇ ਦਾ ਜਿਹੜਾ ਜ਼ਿੰਮੇਵਾਰੀ ਸੀ ਨਾ, ਰੋਲ ਉਹਨੇ ਅਦਾ ਕੀਤੀ ਸੀਗੀ। ਫਿਰ ਵੀ ਮਾਂ ਜਿਸ ਵੇਲੇ ਆਈ ਹੈ, ਉਹ ਆਪਣੇ ਧੀਆਂ ਦੇ ਨਾਲ ਨਹੀਂ ਰਹਿ ਰਹੀ ਹੈ, ਉਹ ਦਿਮਾਗ ਦੇ ਵਿੱਚ ਇੱਕ ਨਾ ਗੱਲ ਫਿੱਟ ਹੋਈ ਹੈ ਉਹਨਾਂ ਦੇ ਕਿ ਨਹੀਂ,
ਪੁੱਤਰ ਭਾਵੇਂ ਕਿੰਨਾ ਦਾ ਲਾਇਕ ਵੀ ਹੋਏਗਾ, ਹਾਂ, ਰਹਿਣਾ ਪੁੱਤਰ ਦੇ ਨਾਲ ਹੀ ਹੈ। ਹਾਂ, ਇਦਾਂ ਹੀ ਮੈਨੂੰ ਵੀ ਤੁਹਾਡੀ ਗੱਲ ਤੋਂ ਇੱਕ ਯਾਦ ਆ ਗਿਆ ਜੀ ਕਿ ਇੱਕ ਇਦਾਂ ਹੀ ਸਾਡੇ ਜਾਣ ਪਛਾਣ ਵਾਲੇ ਚ ਹੈ, ਮੈਂ ਨਾਂ ਤਾਂ ਨਹੀਂ ਲਾਂਗੀ, ਤੇ ਉਹਨਾਂ ਦੇ ਵੀ 4 ਡਾਟਰ ਸੀਗੀਆਂ ਤੇ 2 ਉਹਨਾਂ ਦੇ ਬੇਟੇ। ਤੇ ਮੇਰੇ ਮਤਲਬ ਆਪਣੇ ਅੱਖਾਂ ਨਾਲ ਦੇਖਿਆ ਐਕਸਪੀਰੀਅੰਸ ਹੈ ਕਿ ਉਹਨਾਂ ਦੇ 2 ਬੇਟੇ ਸੀ, ਇੱਕ ਬੇਟਾ ਠੀਕ ਸੀ, ਪਰ ਉਹਦੀ ਵੀ ਵਾਈਫ ਆਉਣ ਤੋਂ ਬਾਅਦ ਜਿਹੜਾ ਹੈਗਾ ਆ ਉਹ ਵੀ ਮੂਵ ਔਨ ਆਪਣੇ ਓਨ ਲਾਈਫ 'ਚ ਹੋ ਗਿਆ। ਤੇ ਛੋਟੇ ਨੇ ਵੀ ਉਹਦੀ ਜਿਹੜੀ ਹੈ ਬਾਤ ਨਹੀਂ ਪੇਰੈਂਟਸ ਦੀ ਕਦੀ ਵੀ ਟਾਈਮ ਸਿਰ ਕੰਮ ਨਹੀਂ ਆਇਆ। ਤੇ ਜਿਹੜੀਆਂ ਲੜਕੀਆਂ ਸੀ ਉਹ ਹਮੇਸ਼ਾ ਹੀ ਉਹਨਾਂ ਦੇ ਜਦੋਂ ਵੀ ਕੋਈ ਦੁੱਖ ਸੁੱਖ, ਜਦੋਂ ਵੀ ਕੋਈ ਉਹਨਾਂ ਨੂੰ ਜ਼ਰੂਰਤ ਹੁੰਦੀ ਸੀ, ਹਮੇਸ਼ਾ ਉਹ ਲੜਕੀਆਂ ਹੀ ਉਹਨਾਂ ਨੂੰ ਸਾਥ ਦਿੰਦੀਆਂ ਸੀ, ਕਦੇ ਇੱਕ ਕਦੇ ਦੂਸਰੀ। ਤਾਂ ਮਤਲਬ ਮੈਂ ਇਹ ਦੇਖ ਕੇ ਅੱਜ ਇਹੀ ਪ੍ਰੋਗਰਾਮ ਦੇ ਅਕੋਰਡਿੰਗ ਜਿਹੜਾ ਹੈਗਾ ਮੈਂ ਸੋਚ ਰਹੀ ਸੀ ਕਿ ਬਾਕੀ ਇਹ ਸਾਡੀ ਇੱਕ ਸੋਚ ਹੈ ਕਿ ਲੜਕੇ ਜ਼ਰੂਰੀ ਹੈ ਲਾਈਫ ਦੇ ਵਿੱਚ, ਜ਼ਰੂਰੀ ਹੈਗੇ ਬੈਲੈਂਸ, ਜਿੱਦਾਂ ਲੜਕੀ ਵੀ ਹੋਵੇ ਲੜਕਾ ਵੀ ਹੋਵੇ ਤਾਂ ਬਹੁਤ ਅੱਛੀ ਗੱਲ ਹੈ। ਪਰ ਜੇ ਲੜਕੀਆਂ ਦੇ ਬਾਰੇ ਸੋਚੀ ਕਿ ਲੜਕੀਆਂ ਨਹੀਂ ਕੁਛ ਕਰਦੀਆਂ ਤਾਂ ਮੇਰਾ ਖਿਆਲ ਹੈ ਸਾਡੀ ਸੋਚਣੀ ਬਹੁਤ ਗਲਤ ਹੈ। ਸਾਨੂੰ ਇਹਨੂੰ ਚੇਂਜ ਕਰਨਾ ਚਾਹੀਦਾ, ਸਾਰਿਆਂ ਨੂੰ ਹੀ ਇਹੀ ਸੋਚਣਾ ਚਾਹੀਦਾ ਕਿ ਲੜਕੀ। ਹਾਂਜੀ, ਪਹਿਲੇ ਇਸ ਤਰ੍ਹਾਂ ਹੁੰਦਾ ਸੀਗਾ ਕਿ ਲੋਕ ਸੋਚਦੇ ਸੀਗੇ ਕਿ ਲੜਕੀ ਸ਼ਾਇਦ ਬੋਝ ਬਣ ਜਾਏਗੀ ਸਾਡੇ ਉੱਤੇ, ਲੇਕਿਨ ਅੱਜ ਲੜਕੀਆਂ ਵੀ ਲੜਕਿਆਂ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਕਮਾਈਆਂ ਕਰ ਰਹੀਆਂ ਨੇ। ਖਾਸ ਤੌਰ ਤੇ ਇੱਥੇ ਵੀ, ਨਾ ਸਿਰਫ ਇੱਥੇ ਇੰਗਲੈਂਡ ਦੇ ਵਿੱਚ ਹੀ, ਨਾ ਸਿਰਫ ਇੱਥੇ ਯੂਰਪ ਦੇ ਵਿੱਚ ਹੀ, ਬਲਕਿ ਹੁਣ ਤੇ ਇੰਡੀਆ ਦੇ ਵਿੱਚ ਵੀ ਦੇਖਣ ਨੂੰ ਆਇਆ। ਦਿੱਲੀ ਦੇ ਵਿੱਚ ਐਸੇ ਮੈਂ ਪਰਿਵਾਰਾਂ ਨੂੰ ਜਾਣਦੀ ਹਾਂ, ਲੜਕੀਆਂ ਸਵੇਰੇ ਕੰਮ ਤੇ ਵੀ ਜਾਂਦੀਆਂ ਨੇ, ਸ਼ਾਮੀ ਘਰ ਆਉਂਦੀਆਂ ਨੇ, ਉੱਥੇ ਵੀ ਸਾਰਾ ਉਹਨਾਂ ਨੇ ਮਤਲਬ ਜ਼ਿੰਮੇਵਾਰੀ ਪੂਰੀ ਸੰਭਾਲਦੀਆਂ ਨੇ, ਐਸੀ ਕੋਈ ਗੱਲ ਨਹੀਂ ਹੈ। ਸੋ ਅੱਜ ਕੱਲ੍ਹ ਮੇਰਾ ਖਿਆਲ ਹੈ ਕਿ ਸਾਡੇ ਸਮਾਜ ਨੂੰ ਇਹ ਜਿਹੜੀ ਸੋਚ ਹੈ ਉਹ ਬਦਲ ਲੈਣੀ ਚਾਹੀਦੀ ਹੈ ਕਿ ਸਿਰਫ ਮੁੰਡੇ ਹੋਣਗੇ ਤੇ ਅਸੀਂ ਖੁਸ਼ੀ ਮਨਾਵਾਂਗੇ, ਲੜਕੀਆਂ ਦੀ ਕੋਈ ਖਾਸ ਖੁਸ਼ੀ ਨਹੀਂ ਹੁੰਦੀ। ਅਸੀਂ ਇੱਕ ਦਫਾ ਫਿਰ ਪਲਵਿੰਦਰ ਜੀ ਵੱਲ ਜਾਂਦੇ ਹਾਂ ਔਰ ਪਲਵਿੰਦਰ ਜੀ ਨੂੰ ਕੁਐਸਚਨ ਪੁੱਛਦੇ ਹਾਂ ਅੱਜ ਦੇ ਦਿਨ ਦਾ। ਪਲਵਿੰਦਰ ਜੀ, ਤੁਸੀਂ ਤੁਹਾਡਾ ਆਖਿਰ ਦੇ ਵਿੱਚ ਕੀ ਕਹਿਣਾ ਹੈ ਇਸ ਨਾਲ? ਉਹਦਾ ਤਾਂ ਸਾਰੇ ਸੁਣ ਰਹੇ ਹੋਣੇ ਆ ਤਾਂ ਤੁਹਾਡੇ ਵਿਚਾਰ ਉਹਨਾਂ ਤਾਈਂ ਪਹੁੰਚ ਰਹੇ ਆ, ਪਰ ਤੁਸੀਂ ਆਪਣਾ ਮੈਸੇਜ ਉਹਨਾਂ ਤਾਈਂ ਕੀ ਦੇਣਾ ਚਾਹੁੰਦੇ ਆ ਸਾਊਥ ਹਾਲ ਟੀਵੀ ਤੇ ਆਪਣੇ ਜ਼ਰੀਏ ਲਈ? ਹਾਂਜੀ, ਮੈਂ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਮੁੰਡਿਆਂ ਨੂੰ ਵੀ ਤੇ ਕੁੜੀਆਂ ਨੂੰ ਵੀ, ਤੁਸੀਂ ਮੁੰਡਿਆਂ ਨੂੰ ਵੀ ਚਾਹੀਦਾ ਕਿ ਕੁੜੀਆਂ ਦੇ ਵਿੱਚ ਫਰਕ ਨਾ ਰੱਖਣ। ਪਹਿਲੇ ਤੇ ਅੱਜ ਦੇ ਹੁੰਦੇ ਜਿਹੜੇ ਬੱਚੇ ਆ ਰਹੇ ਆ ਜਨਰੇਸ਼ਨ ਦੇ ਵਿੱਚ, ਉਹ ਆਪਣੇ ਵਾਈਫ ਨੂੰ ਪੂਰੀ ਸਹਿਯੋਗ ਦੇ ਰਹੇ ਆ, ਬੱਚਿਆਂ ਦੇ ਨਾਲ ਆਪਣੇ ਬੱਚਿਆਂ ਨੂੰ ਵੀ ਸਾਂਭਦੇ ਆ, ਵਾਈਫ ਦੇ ਨਾਲ ਕੰਮ ਵੀ ਕਰਦੇ ਆ ਕਿਚਨ ਦੇ ਵਿੱਚ ਜਾ ਕੇ। ਬਹੁਤ ਦਿਲ ਨੂੰ ਖੁਸ਼ੀ ਹੁੰਦੀ ਆ ਕਿ ਜੇ ਇੱਕ ਨੂੰ ਦੇਖ ਕੇ ਦੂਸਰਾ ਆਏਗਾ, ਦੂਸਰੇ ਨੂੰ ਦੇਖ ਕੇ ਤੀਸਰਾ ਆਏਗਾ, ਉਹਨਾਂ ਨੂੰ ਟੋਕਣ ਦੀ ਬਜਾਏ ਉਹਨਾਂ ਨੂੰ ਸ਼ਾਬਾਸ਼ ਦਿਓ ਕਿ ਤੁਸੀਂ ਆਪਣੇ ਦੋਨੋਂ ਜਣੇ ਰਲ ਕੇ ਆਪਣਾ ਘਰ ਚਲਾਉਂਦੇ ਆ। ਮੈਨੂੰ ਲੱਗਦਾ ਹੈ ਥੋੜ੍ਹੀ ਦੇਰ ਬਾਅਦ ਕਾਫੀ ਦੁਨੀਆ ਦੇ ਵਿੱਚ ਇਹੀ ਦੋਨਾਂ ਬੱਚਿਆਂ ਨੂੰ ਦੇਖ ਕੇ ਕਾਫੀ ਸਫਲਤਾ ਪੈਦਾ ਹੋਏਗੀ। ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਹਾਡੇ 3 ਪੁੱਤਰ ਹੈਗੇ ਨੇ ਸੁੱਖ ਨਾਲ, ਤੇ ਅਗਰ ਕੱਲ ਨੂੰ ਤੁਹਾਡੀਆਂ ਨੂੰਹਾਂ ਆਉਣਗੀਆਂ, ਅਗਰ ਤੁਹਾਡੇ ਪੁੱਤਰ ਉਹਨਾਂ ਦੇ ਨਾਲ ਕੰਮ ਕਰਾਉਣਗੇ ਕਿਚਨ ਦੇ ਵਿੱਚ ਜਾ ਕੇ, ਤੇ ਤੁਹਾਨੂੰ ਮਤਲਬ ਕਿਸ ਤਰ੍ਹਾਂ ਫੀਲ ਹੋਏਗਾ? ਤੁਹਾਨੂੰ ਅੱਛਾ ਲੱਗੇਗਾ ਜਾਂ ਕਿ ਤੁਹਾਨੂੰ ਬੈਡ ਵੀ ਲੱਗ ਸਕਦਾ? ਕਿਉਂਕਿ ਇੱਕ ਸੱਸ ਹੋਣ ਦੇ ਨਾਤੇ ਕਦੀ ਦਿਲ ਦੇ ਵਿੱਚ ਜੈਲਸ ਵੀ ਹੋ ਜਾਂਦੀ, ਲੈ ਮੇਰੇ ਪੁੱਤਰ ਕੋਲੋਂ ਭਾਂਡੇ ਧੁਲਵਾ ਰਹੀ ਹੈ ਜਾਂ ਮੇਰੀ ਮੰਮੀ ਲਈ ਨਹੀਂ ਕਰਦਾ ਸੀ। ਹਾਂਜੀ, ਜੇ ਤਾਂ ਤੁਸੀਂ ਸੱਚ ਹੀ ਸੁਣਨਾ ਚਾਹੁੰਦੇ ਆ, ਇਹ ਮੇਰੇ 3 ਕੁੜੀਆਂ ਹੀ ਆ, ਕਿਉਂਕਿ ਮੈਂ ਇਹਨਾਂ ਨੂੰ ਕੁੜੀਆਂ ਵਾਂਗ ਤਿਆਰ ਕਰ ਲਿਆ। ਇਹਦਾ ਮਤਲਬ ਤੇ ਤੁਹਾਡੇ ਘਰ ਜਿਹੜੀਆਂ ਆਣਗੀਆਂ ਵਿਆਹ ਕਰਾ ਕੇ, ਉਹ ਤੇ ਬੜੀਆਂ ਖੁਸ਼ ਰਹਿਣਗੀਆਂ, ਸੁਖੀ ਵੀ ਰਹਿਣਗੀਆਂ। ਮੇਰੀਆਂ ਉਹਨਾਂ ਦੀਆਂ 5 ਭੂਆ ਆ ਤੇ 5 ਹੀ ਬੜੀਆਂ ਖੁਸ਼ ਹੁੰਦੀਆਂ ਕਿ ਜਦੋਂ ਆ ਜਾਂਦੇ ਤੇ ਸਾਨੂੰ ਆਉਂਦਿਆਂ ਨੂੰ ਮਾਂ ਨਾ ਵੀ ਹੋਵੇ ਤੇ ਚਾਹ ਮਿਲ ਜਾਂਦੀ ਹੈ। ਮੈਂ ਤੇ ਕਹਿੰਦੀ ਹਾਂ ਹਰ ਮਾਂ ਨੂੰ ਚਾਹੀਦਾ ਹੈ ਕਿ ਆਪਣੇ ਬੱਚੇ ਨੂੰ, ਕੋਈ ਹੋਵੇ, ਕੁੜੀ ਹੋਵੇ ਮੁੰਡਾ ਹੋਵੇ, ਉਸ ਨੂੰ ਘਰ ਦਾ ਕੰਮ ਵੀ ਹੋਣਾ ਚਾਹੀਦਾ ਹੈ ਤੇ ਬਾਹਰਲਾ ਕੰਮ। ਜੇ ਕੁੜੀ ਸਿੱਖ ਸਕਦੀ ਹੈ ਬਾਹਰਲਾ ਕੰਮ, ਤੇ ਮੁੰਡੇ ਘਰ ਦਾ ਕੰਮ ਵੀ ਸਿੱਖਣ। ਅੱਜ ਕੱਲ੍ਹ ਬਰਾਬਰ ਕਮਾਈਆਂ ਕਰਕੇ ਆਉਂਦੀਆਂ, ਉਹ ਵੀ ਸਵੇਰ ਦੀਆਂ ਬਾਹਰ ਗਈਆਂ ਹੁੰਦੀਆਂ। ਇਹਦਾ ਮਤਲਬ ਇਹ ਨਹੀਂ ਹੈ ਕਿ ਲੜਕੀ ਅਗਰ ਕੰਮ ਕਰਕੇ ਘਰ ਆ ਰਹੀ ਹੈ ਤੇ ਘਰ ਦਾ ਵੀ ਆ ਕੇ ਕਰੇ, ਔਰ ਜਿਹੜੇ ਲੜਕੇ ਨੇ ਉਹ ਬਸ ਟੀਵੀ ਦੇ ਅੱਗੇ ਆ ਕੇ ਬੈਠ ਜਾਣ, ਚਾਹ ਦਾ ਕੱਪ ਲੈ ਕੇ ਤੇ ਹੁਕਮ ਚਲਾਉਣ, ਹਾਂਜੀ ਮੇਰੇ ਵਾਸਤੇ ਇਹ ਲੈ ਕੇ ਆਓ ਤੇ ਮੇਰੇ ਵਾਸਤੇ ਇਹ ਲੈ ਕੇ ਆਓ, ਹੈ ਨਾ? ਹਾਂ, ਮੈਨੂੰ ਤਾਂ ਬੜੀ ਖੁਸ਼ੀ ਹੋਏਗੀ ਕਿ ਮੇਰਾ ਜੇ ਬੇਟਾ ਉਹ ਆਪਣੀ ਵਹੁਟੀ ਦੇ ਲਈ ਘਰ ਦੇ ਵਿੱਚ ਕੰਮ ਕਰਕੇ ਤੇ ਲਈ ਕੁਝ ਬਣਾ ਕੇ ਰੱਖੇ ਕਿ ਉਹ ਕੰਮ। ਤੁਸੀਂ ਬਹੁਤ ਅੱਛੇ ਸਾਸੂ ਮਾਂ ਸਾਬਤ ਹੋਵੋਗੇ। ਗੁੱਡ ਲੱਕ, ਤੁਹਾਡੇ ਬੱਚੇ ਇਦਾਂ ਹੀ ਖੁਸ਼ ਰਹਿਣ। ਤੁਹਾਡੇ ਚਾਹੀਦਾ ਆ ਕਿਉਂਕਿ ਉਹ ਵੀ ਥੱਕ ਕੇ ਆਉਂਦੀ, ਜਦੋਂ ਅਸੀਂ ਥੱਕ ਕੇ ਆਉਂਦੇ ਆ ਤੇ ਸਾਨੂੰ ਅੱਗੇ ਚਾਹ ਮਿਲ ਜਾਏ। ਜੇ ਉਹ ਥੱਕ ਕੇ ਮੁੰਡੇ ਥੱਕ ਕੇ ਆਉਣ ਤੇ ਕੁੜੀਆਂ ਦੇ ਦਿਨ, ਦੋਨਾਂ 'ਚ ਬਰਾਬਰੀ ਹੋਏ, ਮੈਨੂੰ ਨਹੀਂ ਲੱਗਦਾ ਕਿਸੇ ਦੇ ਘਰ ਦੇ ਵਿੱਚ। ਜੀ ਵਾਂਸ ਅਗੇਨ ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ, ਤੁਸੀਂ ਪਾਰਟਿਸਿਪੇਟ ਕੀਤਾ ਅੱਜ। ਥੈਂਕ ਯੂ, ਸਤਿ ਸ਼੍ਰੀ ਅਕਾਲ। ਸੋ ਨਾਜ਼ਰੀਨ, ਐਸੀ ਸਾਡਾ ਅੱਜ ਦਾ ਪ੍ਰੋਗਰਾਮ ਅਸੀਂ ਡਿਸਕਸ ਕੀਤਾ। ਪਲਵਿੰਦਰ ਜੀ ਸਾਡੇ ਮਹਿਮਾਨ ਸੀਗੇ, ਉਹਨਾਂ ਨਾਲ ਵੀ ਗੱਲਾਂ ਬਾਤਾਂ ਕੀਤੀਆਂ ਨੇ, ਉਹਨਾਂ ਦੇ ਵੀ ਵਿਚਾਰ ਸੁਣੇ। ਤੁਸੀਂ ਵੀ ਆਪਣੇ ਵਿਚਾਰ ਬਰੀਫ ਕੀ ਦੇਣਾ ਚਾਹੁੰਦੇ ਆ ਆਪਣੇ ਸਾਊਥ ਹਾਲ ਟੀਵੀ ਤੇ ਜਿਹੜੇ ਦੇਖ ਰਹੇ ਅੱਜ ਦੇ ਪ੍ਰੋਗਰਾਮ ਦੇ ਬਾਰੇ? ਵਾਈਂਡ ਅਪ ਕਰਨ ਲਈ ਵੈਰੀ ਬਰੀਫ।
ਵੈਸੇ ਤੇ ਕੋਈ ਵੀ ਪਸੰਦ ਨਹੀਂ ਕਰਦਾ ਕਿ ਟੀਵੀ ਦੇ ਤੱਕ ਕੋਈ ਆਪਣੀ ਸੀਕ੍ਰੇਟ ਦੱਸੇ, ਲੇਕਿਨ ਮੈਂ ਦੱਸ ਦੇਣੀ ਆ। ਵੈਸੇ ਮੈਂ ਬੜੀ ਯੰਗ ਲੱਗਦੀ ਆ, ਲੇਕਿਨ ਮੈਂ ਵੀ ਇੱਕ ਮਦਰ ਇਨ ਲੋ ਜਨਰਲ ਵਿਚਾਰ ਦੱਸ, ਮੈਂ ਦੱਸ ਰਹੀ ਆ, ਮੈਂ ਵੀ ਇੱਕ ਮਦਰ ਇਨ ਲੋ ਹੈਗੀ ਆ। ਲੇਕਿਨ ਮੈਨੂੰ ਬੜਾ ਅੱਛਾ ਲੱਗੇਗਾ ਅਗਰ ਮੇਰਾ ਪੁੱਤਰ, ਮੇਰੀ ਨੂੰਹ ਜਿਸਲੇ ਘਰ ਆਂਦੀ ਹੈ, ਮੇਰਾ ਪੁੱਤਰ ਉਸਦਾ ਪੂਰਾ ਸਾਥ ਦੇਵੇ, ਹੱਥ ਵੰਡਾਵੇ। ਇਹ ਨਹੀਂ ਕਿ ਆ ਕੇ ਉਹ ਕਵੇ ਕਿ ਹੁਕਮ ਚਲਾ ਰਿਹਾ ਕਿ ਮੈਂ ਟੀਵੀ ਦੇ ਅੱਗੇ ਬੈਠਾ ਤੇ ਮੈਂ ਇਹ ਕਰਾਂ ਤੇ ਉਹ ਕਰਾਂ। ਸੋ ਮੈਂ ਇਹ ਚਾਹੁੰਦੀ ਹਾਂ ਕਿ ਲੜਕੇ ਔਰ ਲੜਕੀਆਂ ਨੂੰ ਬਰਾਬਰ ਦਾ ਹੱਕ ਮਿਲਣਾ ਚਾਹੀਦਾ ਹੈ। ਅਗਰ ਲੜਕੇ ਪੈਦਾ ਹੋ ਰਹੇ ਨੇ ਤਾਂ ਵੀ ਖੁਸ਼ੀ ਮਨਾਉਣੀ ਚਾਹੀਦੀ ਹੈ, ਕਿਉਂਕਿ ਇਹ ਜਿਹੜਾ ਬੱਚਿਆਂ ਦਾ ਇਹ ਤੇ ਪਰਮਾਤਮਾ ਦੇ ਹੱਥ ਹੈ, ਉਹਨੇ ਕਿਸ ਨੂੰ ਕੀ ਦੇਣਾ ਹੈ ਨਾ। ਇਦਾਂ ਹੀ ਮੇਰੇ ਵੀ ਵਿਚਾਰ ਇਹੀ ਨੇ। ਹਾਂਜੀ, ਕਿ ਮੈਂ ਇਹ ਸੋਚਦੀ ਹਾਂ ਕਿ ਬੱਚਾ ਜਿਹੜਾ ਕੋਈ ਵੀ ਹੋਵੇ, ਲੜਕਾ ਹੋਵੇ ਜਾਂ ਲੜਕੀ ਹੋਵੇ, ਅੱਜ ਦੇ ਪ੍ਰੋਗਰਾਮ ਦੇ ਅਕੋਰਡਿੰਗ, ਬਲਕਿ ਮੇਰਾ ਪਰਸਨਲ ਵਿਚਾਰ ਇਹ ਓਪੀਨੀਅਨ ਹੈ ਕਿ ਮੈਂ ਇਹ ਮੈਸੇਜ ਦੇਣਾ ਚਾਹਾਂਗੀ ਕਿ ਜਿਹੜਾ ਹੈਗਾ ਆ, ਲੜਕਾ ਹੋਵੇ ਲੜਕੀ ਹੋਵੇ, ਹੈਲਥੀ ਹੋਣਾ ਚਾਹੀਦਾ ਆ, ਐਂਡ ਉਹਦੇ ਬਾਰੇ ਸਾਨੂੰ ਇਦਾਂ ਦੇ ਵਿਚਾਰ ਕਦੀ ਵੀ ਰੱਖਣੇ ਨਹੀਂ ਚਾਹੀਦੇ। ਸੋ ਇਹੀ ਪ੍ਰੋਗਰਾਮ ਹੈ ਸਾਡਾ ਅੱਜ ਦਾ, ਜਿਹੜਾ ਇਹ ਵਿਚਾਰ ਲੈ ਕੇ ਚੱਲੀਏ ਤਾਂ ਮੇਰਾ ਖਿਆਲ ਹੈ ਕਿ ਬਹੁਤ ਅੱਛੀ ਗੱਲ ਹੋਏਗੀ। ਸਾਰੇ ਸਾਡੇ ਵਿਊਅਰਸ ਵੀ ਇਹੀ ਗੱਲ ਨੂੰ। ਸੋ ਦੋਸਤੋ, ਥੈਂਕ ਯੂ ਵੈਰੀ ਮਚ ਸਾਡਾ ਸਾਥ ਨਿਭਾਉਣ ਵਾਸਤੇ। ਨਿਭਾਇਆ। ਬਹੁਤ ਸਾਰੀ ਕਾਲਸ ਵੀ ਆ ਰਹੀਆਂ ਸੀ, ਕੁਝ ਕਾਲਸ ਮੈਂ ਦੇਖ ਰਹੀ ਸੀ ਡ੍ਰੌਪ ਵੀ ਹੋ ਗਈਆਂ ਨੇ, ਲੇਕਿਨ ਆਇੰਦਾ ਹੁਣ ਨੈਕਸਟ ਵੀਕ ਅਸੀਂ ਫਿਰ ਮੰਡੇ ਇੱਕ ਹੋਰ ਨਇਆ ਟੌਪਿਕ ਲੈ ਕੇ ਆਵਾਂਗੇ। ਉਸ ਦੇ ਵਿੱਚ ਵੀ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਸਾਡਾ ਸਾਥ ਨਿਭਾਉਂਦੇ ਰਹੋ, ਕਾਲਸ ਵੀ ਕਰਦੇ ਰਹੋ। ਔਰ ਅਗਰ ਸਕਾਈਪ ਆਈਡੀ ਦੇ ਉੱਤੇ ਤੁਸੀਂ ਕਾਲ ਕਰਨਾ, ਸਕਾਈਪ ਦੇ ਉੱਤੇ ਕਾਲ ਕਰਨਾ ਚਾਹੁੰਦੇ ਹੋ ਤਾਂ ਸਕਾਈਪ ਆਈਡੀ ਪ੍ਰੀਤ ਇੱਕ ਦਫਾ ਦੱਸੋ। ਹਾਂਜੀ ਹਾਂ, ਸਾਡੀ ਸਕਾਈਪ ਆਈਡੀ ਹੋਏਗੀ ਕੋਲ ਸਾਊਥਹੋਲ ਟੀਵੀ, ਔਰ ਐਂਡ ਸਾਡੀ ਜਿਹੜੀ ਈਮੇਲ ਹੋਏਗੀ info@southholetv.com ਤੇ ਜਾ ਕੇ ਸੁਜੈਸ਼ਨਸ ਕਰ ਸਕਦੇ। ਅੱਜ ਦੇ ਪ੍ਰੋਗਰਾਮ ਦੇ ਬਾਰੇ ਤੁਸੀਂ ਦੱਸ ਸਕਦੇ ਕੀ ਤੁਸੀਂ ਸੋਚਦੇ ਆ ਜਾਂ ਕਿਸ ਤਰੀਕੇ ਦਾ ਲੱਗਾ, ਤੇ ਫੋਨ ਕਰਨ ਲਈ ਤੁਹਾਨੂੰ ਅਸੀਂ ਨੰਬਰ ਦੱਸ ਦਿੰਦੇ 0793461086 ਔਰ ਜੀ, ਔਰ ਇਹ ਤੇ ਚਲੋ ਹੁਣ ਨੈਕਸਟ ਵੀਕ ਜਦੋਂ ਪ੍ਰੋਗਰਾਮ ਕਰਾਂਗੇ ਉਦੋਂ ਹੀ ਫੋਨ ਕਰਾਂਗੇ, ਫਿਰ ਵੀ ਨੋਟ ਕਰਕੇ ਰੱਖਣਾ। ਹਾਂਜੀ, ਨੋਟ ਕਰ ਸਕਦੇ हैं। ਠੀਕ ਹੈ। ਐਨੀਵੇ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਅਗਲੇ ਹਫਤੇ ਫਿਰ ਮੰਡੇ 7 ਵਜੇ ਅਸੀਂ ਇੱਥੇ ਹਾਜ਼ਰ ਹੋ ਜਾਵਾਂਗੇ ਸਟੂਡੀਓ ਦੇ ਵਿੱਚ। ਤਾਂ ਤੱਕ ਆਪਣੇ ਔਰ ਆਪਣੇ ਅਜ਼ੀਜ਼ਾਂ ਦਾ, ਆਪਣੇ ਪਿਆਰੇ ਔਰ ਦੁਲਾਰਿਆਂ ਦਾ ਪੂਰਾ ਧਿਆਨ ਰੱਖਣਾ, ਖਿਆਲ ਰੱਖਣਾ। ਰੱਬ ਰੱਖਾ। ਵਾਚਿੰਗ ਸਾਊਥਹੋਲ ਟੀਵੀ। ਰੱਬ ਰੱਖਾ।